ਪ੍ਰੋਗਰਾਮ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜਿਮਲੋਡ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ ਤਾਂ ਕੇਂਦਰ ਦੇ ਨਾਲ ਮੀਟਿੰਗ ਹੀ ਮੈਨੂੰ ਲੱਗਦਾ ਉਹ ਅਹਿਮ ਰਹੀ ਆ। ਸੋ ਕਿਸਾਨ ਜਥੇਬੰਦੀਆਂ ਦੀ ਕੇਂਦਰ ਦੇ ਨਾਲ ਮੈਰਾਥਨ ਮੀਟਿੰਗ ਹੋਈ ਆ। ਹਾਂਜੀ, ਮੈਰਾਥਨ ਮੀਟਿੰਗ ਹੋਈ ਆ ਅਤੇ ਮੈਰਾਥਨ ਦੇ ਵਿੱਚ ਕਹਿ ਲਓ ਕਿ ਕੋਈ ਵੀ ਜਿੱਤਿਆ ਹਾਰਿਆ ਨਹੀਂ ਜਾਂਦਾ। ਸਾਰਾ ਕੁਛ ਆ ਜਿਹੜਾ ਆਉਂਦਾ ਉਹ ਰਹਿ ਗਿਆ। 8 ਘੰਟੇ ਦੇ ਕਰੀਬ ਇਹ ਮੀਟਿੰਗ ਚੱਲੀ ਆ। ਕਸਰਾਂ ਜਿਹੜੇ ਕਹਿੰਦੇ ਸੀ ਨਾ ਕਿ ਟੇਬਲ ਟਾਕ ਹੋਣੀ ਚਾਹੀਦੀ ਆ, ਤੇ ਉਹ ਕਸਰਾਂ ਨਿਕਲ ਗਈਆਂ ਨੇ ਕਿਉਂਕਿ ਬਹੁਤ ਲੰਮੀ ਟੇਬਲ ਟਾਕ ਹੋਈ ਆ। ਪਰ ਜੇ ਵੇਖੀਏ ਇਨ ਦੀ ਐਂਡ ਜਿਸ ਤਰ੍ਹਾਂ ਦਾ ਪੱਖ ਆ ਕੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਰੱਖਿਆ, ਉਹ ਤੋਂ ਦੋ ਚੀਜ਼ਾਂ ਨਿਕਲਦੀਆਂ ਨੇ। ਇੱਕ ਤੇ ਇਹ ਹੈ ਕਿ ਅੱਜ ਤੇ ਚਲੋ ਸਾਰਾ ਕੁਛ ਹੈ ਜਿਹੜਾ ਵਿਸਿਟਾ ਹੀ ਨਿਕਲਿਆ, ਕੋਈ ਤਨ ਪੱਤਰ ਨਹੀਂ ਸੀ ਲੱਗਾ। ਪਰ ਦੇਖੋ ਜਿਹੜੇ ਲੋਕ ਹੁਣ ਇਹ ਗੱਲ ਕਹਿੰਦੇ ਆ ਕਿ ਦੇਖੋ ਜੀ ਉੱਥੇ ਸਮੋਸੇ ਖਾ ਕੇ ਆ ਗਏ, ਨਾਸ਼ਤਾ ਕਰਕੇ ਆ ਗਏ, ਲੰਚ ਕਰਕੇ ਆ ਗਏ, ਉਹਨਾਂ ਨੂੰ ਇਹ ਚੀਜ਼ ਨਹੀਂ ਪਤਾ ਕਿ ਜਿਹੜੀਆਂ ਖੇਤੀਬਾੜੀ ਨਾਲ ਮੁਤੱਲਕ ਇਹਨਾਂ ਦੀਆਂ ਆਪਣੀਆਂ ਸੰਸਥਾਵਾਂ ਹੀ ਜੇ ਤੁਸੀਂ ਲਾਓਗੇ, ਮਤਲਬ ਕਿ ਸ਼ਾਖਾਵਾਂ ਲਾ ਲਓ, ਖੇਤੀ ਮੰਤਰਾਲੇ ਦੀਆਂ ਸ਼ਾਖਾਵਾਂ ਨੇ, ਤਾਂ ਰਾਜ ਕਰਨਵੀਰ ਸਿੰਘ ਜੀ ਉਹ ਇੰਡੀਆ ਦੇ ਵਿੱਚ 18-19 ਦੇ ਕਰੀਬ ਨੇ, ਮਿਨੀਮਮ 18-19 ਦੇ ਕਰੀਬ ਨੇ। ਜਿਵੇਂ ਉਦਾਹਰਨ ਦੇ ਤੌਰ ਤੇ ਬੀਬਾ ਹਰਸਿਮਰਤ ਕੌਰ ਬਾਦਲ ਸ਼ਾਇਦ ਫੂਡ ਪ੍ਰੋਸੈਸਿੰਗ ਮਿਨਿਸਟਰ ਸੀਗੀ ਸੈਂਟਰ, ਪਰ ਉਹ ਖੇਤੀ ਮਹਿਕਮੇ ਦੀ ਉਹ ਹੀ ਇੱਕ ਸ਼ਾਖਾ ਹੈ। ਜਿਹੜੇ ਲੋਕ ਇਸ ਚੀਜ਼ ਨੂੰ ਸਮਝਦੇ ਹੋਣਗੇ ਜਾਂ ਮਿਨਿਸਟਰੀ ਵਗੈਰਾ 'ਚ ਰਹੇ ਹੋਣਗੇ, ਉਹਨਾਂ ਨੂੰ ਪਤਾ ਇਸ ਚੀਜ਼ ਦਾ ਕਿ ਅਸਲ ਦੇ ਵਿੱਚ ਇਹਨਾਂ ਦੇ 18-20 ਅੱਗੇ ਪਾਰਟ ਬਣ ਜਾਂਦੇ ਆ ਖੇਤੀ ਮਹਿਕਮੇ ਦੇ। ਤੇ ਫਰਜ਼ ਕਰੋ ਜੇ ਕੋਈ ਅਮੈਂਡਮੈਂਟ ਹੋਣੀ ਵੀ ਆ ਤਾਂ ਉਹ ਫਾਈਲ ਜਿਹੜੀ ਉਹ ਸਾਰੀਆਂ ਥਾਵਾਂ 'ਤੇ ਗੁਜ਼ਰੇਗੀ। ਜਿਹੜੇ ਮਹਿਕਮੇ ਦੀ ਵਿੰਗ ਕੋਲ ਜਾਣਾ ਉਹਨੇ ਉੱਥੋਂ ਪਾਸ ਹੋ ਕੇ ਫਿਰ ਹੀ ਗਾਂਹ ਗੱਲ ਤਨ ਪੱਤਰ ਲੱਗਣੀ। ਤਾਂ ਸਾਡੇ ਲੋਕ ਜਿਹੜੇ ਆ ਉਹ ਜਜ਼ਬਾਤੀ ਬਹੁਤ ਜਲਦੀ ਹੁੰਦੇ ਆ, ਜਸ਼ੀਲੇ ਬਹੁਤ ਜਲਦੀ ਹੁੰਦੇ ਆ, ਤੇ ਢਿੱਲੇ ਵੀ ਬਹੁਤ ਜਲਦੀ ਹੋ ਜਾਂਦੇ ਕਿ ਲਾਓ ਬਈ ਇਹ ਪਤਾ ਨਹੀਂ ਹੋ ਕੇ ਸੇਵੀਆਂ ਖਾ ਕੇ ਤੇ ਉੱਥੇ ਸਾਰਾ ਕੁਛ ਵੱਟ ਵਟਾ ਹੈ। ਐਸਾ ਨਹੀਂ ਹੁੰਦਾ, ਸਾਨੂੰ ਯਕੀਨ ਰੱਖਣਾ ਪਏਗਾ। ਤਾਂ ਕਿਸਾਨ ਜਥੇਬੰਦੀਆਂ ਨੇ ਅੱਜ ਮੈਰਾਥਨ ਮੀਟਿੰਗ ਕੀਤੀ ਹੈ। ਹਾਂ, ਇਹ ਤੈਅ ਸੀਗਾ ਸਭ ਕੁਛ ਜਿਹੜਾ ਉਹ ਸਿਲਸਿਲੇਵਾਰ ਤਰੀਕੇ ਨਾਲ ਅੱਗੇ ਵਧੇਗਾ। ਤਾਂ ਇਹਦੇ ਵਿੱਚੋਂ ਕੁਛ ਨਹੀਂ ਨਿਕਲਿਆ, ਇਹ ਠੀਕ ਹੈ, ਸੱਚ ਆ। ਪਰ ਅੱਗੇ ਇਸ ਗੱਲਬਾਤ ਨੇ ਹੋਰ ਰਸਤਾ ਖੋਲ੍ਹਿਆ। ਉਹ ਕਿਸ ਤਰ੍ਹਾਂ, ਮਤਲਬ ਕਿ ਕਿਸਾਨਾਂ ਨੇ ਆਪਣਾ ਪੱਖ ਰੱਖ ਦਿੱਤਾ ਉੱਥੇ ਸਟਰੋਂਗ ਹੈ। ਹਾਲਾਂਕਿ ਪਹਿਲਾਂ ਤਾਂ ਇਹ ਦੱਸਦੇ ਆ ਕਿ ਜਿਹੜੀ 2 ਗੇੜਾਂ ਦੀ ਮੀਟਿੰਗ ਹੋਈ, ਮਤਲਬ ਕਿ ਇੱਕ ਲੰਚ ਤੋਂ ਪਹਿਲਾਂ ਦੀ ਮੀਟਿੰਗ ਹੋਈ, ਫਿਰ ਲੰਚ ਤੋਂ ਬਾਅਦ ਦੀ ਇੱਕ ਮੀਟਿੰਗ ਹੋਈ। 2 ਫੇਜ਼ ਦੇ ਵਿੱਚ ਤੁਸੀਂ ਉਹਨੂੰ ਵੰਡ ਸਕਦੇ ਹੋ। ਗੱਲ ਸਿਰੇ ਨਹੀਂ ਲੱਗੀ ਬੇਸ਼ੱਕ, ਤੇ ਜਦ ਇਹਨਾਂ ਨੇ ਸਮਝਾਉਣ ਦਾ ਯਤਨ ਕੀਤਾ ਮਿਨਿਸਟਰੀ ਵਾਲਿਆਂ ਨੇ, ਰੇਲ ਮਿਨਿਸਟਰੀ ਨੇ ਜਾਂ ਖੇਤੀ ਮਿਨਿਸਟਰੀ ਨੇ, ਤਾਂ ਉੱਥੇ ਕਿਸਾਨਾਂ ਨੇ ਬੜਾ ਲੌਜੀਕਲੀ ਜਾ ਕੇ ਆਪਣਾ ਪੱਖ ਰੱਖਿਆ ਕਿ ਕਿਸ ਤਰੀਕੇ ਨਾਲ ਇਹ ਜਿਹੜੇ ਤੁਸੀਂ ਕਾਨੂੰਨ ਬਣਾਏ ਨੇ ਉਹ ਮਾਰੂ ਨੇ। ਤਾਂ ਉੱਥੇ ਕਿਉਂਕਿ ਇਹਨਾਂ ਦਾ ਏਜੰਡਾ ਸੈੱਟ ਸੀਗਾ, ਇਹਨਾਂ ਨੇ ਪਹਿਲੇ ਤੈਅ ਕਰ ਲਿਆ ਸੀਗਾ ਕਿ ਕਿਹੜੇ ਬੰਦੇ ਨੇ ਉੱਥੇ ਬੋਲਣਾ, ਕਿਹੜੇ ਬੰਦੇ ਨੇ ਕੀ ਪੱਖ ਰੱਖਣਾ। ਤਾਂ ਬਹੁਤ ਦੱਸਦੇ, ਦੇਖੋ ਗੱਲ ਇਹ ਆ ਕਿ ਹੁਣ ਆਪਾਂ ਦੇ ਉੱਤੇ ਮੌਜੂਦ ਨਹੀਂ ਹੈ, ਜੋ ਗੱਲਾਂ ਤਾਂ ਆਪਣੇ ਸਾਹਮਣੇ ਆ ਰਹੀਆਂ ਨੇ, ਪਰ ਦੱਸਦੇ ਆ ਕਿ ਬਹੁਤ ਸਟਰੋਂਗਲੀ ਇਹਨਾਂ ਨੇ ਜਾ ਕੇ ਆਪਣਾ ਪੱਖ ਰੱਖਿਆ, ਬਹੁਤ ਤਾਕਤਵਰ ਤਰੀਕੇ ਦੇ ਨਾਲ। ਤੇ ਇਹ ਚੀਜ਼ ਇਹਨਾਂ ਨੂੰ ਵੀ ਪਤਾ ਸੀਗਾ ਕਿ ਜੇ ਦੇਖੋ ਅਸੀਂ ਇਸ ਤਰ੍ਹਾਂ ਬਾਜ਼ੀ ਉੱਤੇ ਟੇਬਲ 'ਤੇ ਹਾਰ ਜਾਂਦੇ ਹਾਂ ਤੇ ਲੋਕਾਂ ਨੇ ਸਾਨੂੰ ਚਾਟਾ ਬੜਾ ਛਕਾਉਣਾ। ਚਾਟਾ ਦਾ ਤੁਹਾਨੂੰ ਪਤਾ ਹੀ ਹੈ ਨਾ ਕਿ ਪੰਜਾਬੀ 'ਚ ਕਿਸ ਤਰ੍ਹਾਂ ਕਹਿੰਦੇ ਕਿ ਚਾਟਾ ਛਕਾਤਾ ਫਲਾਣੇ, ਤਾਂ ਲੋਕਾਂ ਨੇ ਸਾਨੂੰ ਚਾਟਾ ਬਹੁਤ ਛਕਾਉਣਾ। ਤਾਂ ਇਹਨਾਂ ਨੇ ਪੱਖ ਬਹੁਤ ਮਜ਼ਬੂਤੀ ਨਾਲ ਉੱਥੇ ਪੇਸ਼ ਕੀਤਾ। ਹਾਲਾਂਕਿ ਉਹ
ਆਪਣੀ ਪੱਟੀ ਪੜਾਉਂਦੇ ਰਹੇ ਇਹਨਾਂ ਨੂੰ ਕਿ ਦੇਖੋ ਜੀ ਇਹਦੇ ਵਿੱਚ ਲਾਭ ਬਹੁਤ ਨੇ, ਹਾਨੀਆਂ ਕੁਛ ਨਹੀਂ ਹੈਗੀਆਂ, ਤੁਸੀਂ ਮੰਨੋ ਫਲਾਂ ਗੱਲ, ਫਾਇਦੇ ਗਿਣਾਉਣ ਦੇ ਵਿੱਚ ਰਹੇ, ਪਰ ਇਹਨਾਂ ਦੇ ਨੁਕਸਾਨ ਗਿਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਇਹ ਸਾਨੂੰ ਇਤਬਾਰ ਕਰਨਾ ਪਊਗਾ। ਹਾਲਾਂਕਿ ਦੇਖੋ ਨਾਲ ਇਹਨਾਂ ਨੇ ਐਲਾਨ ਕਰ ਦਿੱਤਾ, ਇਹਨਾਂ ਨੇ ਕਿਹਾ ਕਿ ਦੇਖੋ ਗੱਲਬਾਤ ਜਿਹੜੀ ਆ ਉਹ ਉੱਥੇ ਦੀ ਉੱਥੇ ਖੜ ਗਈ ਆ। ਹਾਂ, ਇਹ ਆ ਕਿ ਕੇਂਦਰ ਨੇ ਆਖਿਆ ਕਿ ਅਸੀਂ ਕਮੇਟੀ ਬਣਾ ਦਿਆਂਗੇ, ਉਹਦੇ ਵਿੱਚ ਕਿਸਾਨ ਨੁਮਾਇੰਦੇ ਜਿਹੜੇ ਆ ਉਹ ਬਿਠਾ ਦਿਆਂਗੇ, ਫਿਰ ਗੱਲਬਾਤ ਅੱਗੇ ਤੋਰਾਂਗੇ। ਇਹ ਇੱਕ ਰਸਤਾ ਖੁੱਲ੍ਹ ਗਿਆ। ਕਹਿੰਦਾ ਮਤਲਬ ਹੈ ਕਿ ਇੱਕ ਰਸਤਾ ਖੁੱਲ੍ਹ ਗਿਆ ਕਿ ਅਸੀਂ ਕਮੇਟੀ ਬਣਾਵਾਂਗੇ, ਕਮੇਟੀ ਬਿਠਾ ਕੇ ਉਹਦੇ ਵਿੱਚ ਕਿਸਾਨ ਨੁਮਾਇੰਦਗੀ ਜਿਹੜੀ ਆ ਉਹ ਰੱਖਾਂਗੇ, ਫਿਰ ਅੱਗੇ ਜਾ ਕੇ ਕੋਈ ਅਮੈਂਡਮੈਂਟ ਹੁੰਦੀ ਆ ਤਾਂ ਉਸ ਤੋਂ ਭੱਜਦੇ ਨਹੀਂ। ਇਹ ਗੱਲ ਜਿਹੜੀ ਆ ਉਹ ਬਾਹਰ ਆ ਕੇ ਕਿਸਾਨ ਜਥੇਬੰਦੀਆਂ ਦੇ ਕੁਛ ਲੀਡਰਾਂ ਨੇ ਕਿਹਾ ਕਿ ਉਹਨਾਂ ਨੇ ਹੁੰਗਾਰਾ ਦਿੱਤਾ ਕਿ ਹਾਂ ਜੇ ਕੋਈ ਅਮੈਂਡਮੈਂਟ ਵਗੈਰਾ ਹੋਣੀ ਆ ਤਾਂ ਉਹਦੇ 'ਤੇ ਇੱਕ ਚਰਚਾ ਕੀਤੀ ਜਾ ਸਕਦੀ ਹੈ। ਪਰ ਨਾਲ ਹੀ ਇਹਨਾਂ ਨੇ ਕਿਹਾ ਕਿ ਦੇਖੋ ਇਹ ਆ ਕਿ ਸਾਡਾ ਜਿਹੜਾ ਸੰਘਰਸ਼ ਜਾਰੀ ਰਹੇਗਾ, ਗੱਲਬਾਤ ਦਾ ਦੌਰ ਚੱਲਦਾ ਰਹੇਗਾ, ਕੋਈ ਚੱਕਰ ਨਹੀਂ ਹੈਗਾ। ਜਦੋਂ ਵੀ ਦੂਸਰੀ ਮੀਟਿੰਗ ਹੋਣ ਤੱਕ, ਕਿਉਂਕਿ ਪਹਿਲੀ ਆਪਾਂ ਇਹਨੂੰ ਮੰਨਾਂਗੇ, ਪਹਿਲਾ ਸੱਦਾ ਨਕਾਰ ਦਿੱਤਾ ਗਿਆ ਸੀਗਾ, ਦੂਜਾ ਸੱਦਾ ਇਹ ਗਿਆ ਹੈ ਤਾਂ ਉੱਥੇ ਜਾ ਕੇ ਫਿਰ ਇਹਨਾਂ ਦੇ ਹਿਸਾਬ ਕਿਤਾਬ ਦੇ ਬੰਦੇ ਉੱਥੇ ਨਹੀਂ ਮਿਲੇ, ਨੀਚ ਦੇ ਬੰਦੇ ਨਹੀਂ ਮਿਲੇ ਤਾਂ ਉਹਨੂੰ ਆਪਾਂ ਨਹੀਂ ਗਿਣਾਂਗੇ, ਉਹ ਵੀ ਸਾਰੀ ਖੂਹ ਪਾਤੇ ਜਾਏਗੀ। ਤਾਂ ਪਹਿਲੇ ਗੇੜ ਦੀ ਗੱਲਬਾਤ ਅੱਜ ਹੀ ਹੋਈ ਆ। ਹੁਣ ਦੂਸਰੇ ਗੇੜ ਦੀ ਗੱਲਬਾਤ ਕਦ ਹੁੰਦੀ ਆ ਇਹਦੀ ਕੋਈ ਤਰੀਕ ਮੁਕਰਰ ਨਹੀਂ ਹੈ, ਪਰ ਉਹ ਕਹਿੰਦੀ ਹੈ ਕਿ ਜਦ ਵੀ ਇਹ ਗੱਲਬਾਤ ਵਾਸਤੇ ਸਾਨੂੰ ਬੁਲਾਉਣਗੇ ਅਸੀਂ ਤਿਆਰ ਰਹਾਂਗੇ। ਹਾਂ, 18 ਨੂੰ ਸਾਡੀ ਇੱਥੇ ਮੀਟਿੰਗ ਹੋਏਗੀ। ਦੂਸਰਾ ਇਹ ਕਿ ਜੋ ਸਾਡਾ ਪੰਜਾਬ ਦੇ ਵਿੱਚ ਐਕਸ਼ਨ ਪ੍ਰੋਗਰਾਮ ਆ ਉਹ ਉਸ ਤਰ੍ਹਾਂ ਹੀ ਚੱਲਦਾ ਰਹੇਗਾ। ਐਕਸ਼ਨ ਪ੍ਰੋਗਰਾਮ ਤੋਂ ਭਾਵ ਕੀ ਆ ਕਿ ਟੋਲ ਪਲਾਜ਼ਿਆਂ 'ਤੇ ਜਿਸ ਤਰ੍ਹਾਂ ਕਿਸਾਨ ਬੈਠੇ ਆ ਉਹ ਲਗਾਤਾਰ ਬੈਠੇ ਰਹਿਣਗੇ। ਇਸ ਤੋਂ ਇਲਾਵਾ ਜਿਸ ਤਰ੍ਹਾਂ ਹੋਰ ਪ੍ਰੋਟੈਸਟ ਕੋਈ ਚੱਲਦੇ ਆ ਉਹ ਚੱਲਣਗੇ। ਔਰ ਇਸ ਤੋਂ ਵੀ ਇਲਾਵਾ ਜੇ ਤੁਸੀਂ ਵੇਖੋਗੇ ਦਿੱਲੀ ਦੇ ਵਿੱਚ ਜਾਣ ਵਾਸਤੇ ਜਿਹੜਾ ਪ੍ਰੋਗਰਾਮ ਹੈ 26-27 ਦਾ, ਉਹਦੇ ਵਾਸਤੇ ਵੀ ਇਹਨਾਂ ਨੇ ਕਿਹਾ ਕਿ ਅਸੀਂ ਇਹ ਨਹੀਂ ਹੈ ਕਿ ਉਸ ਪ੍ਰੋਗਰਾਮ ਨੂੰ ਚੇਂਜ ਕਰਾਂਗੇ, ਅਸੀਂ ਦਿੱਲੀ ਜਾ ਕੇ ਘੇਰਾਂਗੇ। ਇਹ ਵੱਡੀ ਗੱਲ ਆ, ਕਿਉਂਕਿ ਇਹ ਵੀ ਖਬਰ ਆ ਗਈ ਸੀ, ਆਪਾਂ ਤਾਂ ਵੈਸੇ ਕੱਲ੍ਹ ਹੀ ਦੱਸ ਦਿੱਤਾ ਸੀ ਸਰੋਤਿਆਂ ਨੂੰ, ਅੱਜ ਮੇਨ ਸਟ੍ਰੀਮ 'ਚ ਖਬਰ ਆ ਗਈ ਕਿ ਉੱਥੇ ਜੀ ਦਿੱਲੀ ਦੇ ਵਿੱਚ 44 ਲਾ ਦਿੱਤੀ ਆ ਉਹਨਾਂ ਨੇ, ਇਹ ਜਾ ਕੇ ਉੱਥੇ ਪ੍ਰੋਟੈਸਟ ਵਗੈਰਾ ਨਹੀਂ ਕਰ ਸਕਣਗੇ। ਪਰ ਬਾਵਜੂਦ ਇਸ ਦੇ ਕਿਸਾਨਾਂ ਨੇ ਐਲਾਨੀਆ ਕਹਿ ਦਿੱਤਾ ਦਿੱਲੀ ਦੇ ਵਿੱਚ ਖਲੋ ਕੇ ਕਿ ਬੇਸ਼ੱਕ ਜੋ ਮਰਜ਼ੀ ਅਸੀਂ ਚਾਰਾਜੋਈ ਕਰਾਂਗੇ ਕਮਿਸ਼ਨਰ ਦੇ ਕੋਲ ਦੁਬਾਰੇ, ਤੇ ਅਸੀਂ ਇੱਥੇ ਆਵਾਂਗੇ। ਇਹ ਦੋ ਗੱਲਾਂ ਬਹੁਤ ਮਹੱਤਤਾ ਰੱਖਦੀਆਂ ਨੇ ਇਸ ਮਾਮਲੇ ਦੇ ਵਿੱਚ, ਬਹੁਤ ਮਹੱਤਵਪੂਰਨ ਹੋ ਜਾਂਦੀਆਂ ਨੇ। ਇੱਕ ਤੇ ਇਹ ਆ ਕਿ ਗੱਲਬਾਤ ਦਾ ਸਿਲਸਿਲਾ ਚੱਲੇਗਾ, ਪਰ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਇਹ ਕਹਿ ਦਿੱਤਾ ਕਿ ਸੰਘਰਸ਼ ਵੀ ਸਾਡਾ ਜਾਰੀ ਰਹੂਗਾ। ਹਾਲਾਂਕਿ ਕਿਸਾਨ ਜਥੇਬੰਦੀਆਂ ਦੇ ਕੁਛ ਲੀਡਰਾਂ ਨੇ ਔਨ ਦੀ ਰਿਕਾਰਡ ਕਿਹਾ, ਕਿਉਂਕਿ ਇਹ ਜਿਹੜੇ ਹੈਗੇ ਨਾ ਲੀਡਰ, ਇਹਨਾਂ ਦੇ ਵਿੱਚੋਂ ਕੁਛ ਤੇ ਹੈਗੇ ਡਿਪਲੋਮੈਟਿਕ ਦੇ, ਕੁਛ ਬੜੇ ਸਿੱਧੇ ਪੱਧਰੇ ਜਿਹੇ ਆ। ਜੇ ਤੁਸੀਂ ਸਾਰਿਆਂ ਨੂੰ ਵੇਖੋਗੇ ਨਾ ਤਾਂ ਕੁਛ ਤੇ ਤੁਹਾਨੂੰ ਲੱਗਣਗੇ ਡਿਪਲੋਮੈਟਿਕ ਜੀ, ਕੁਛ ਬੜੇ ਸਿੱਧੇ ਪੱਧਰੇ ਜਿਹੇ ਆ। ਉਹਨਾਂ ਨੇ ਆ ਕੇ ਦੱਸ ਦਿੱਤਾ, ਕਹਿੰਦੇ ਜੀ ਇੱਕ ਸਾਨੂੰ ਦਬਾਅ ਲੱਗਾ ਸੀ ਰੇਲ ਮੰਤਰੀ ਪਹਿਲਾਂ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਮੁਸਾਫਰ ਟ੍ਰੇਨਾਂ ਅਲਾਓ ਕਰੋ, ਫਿਰ ਅਸੀਂ ਮਾਲ ਟ੍ਰੇਨਾਂ ਚਲਾਵਾਂਗੇ। ਉਹਨਾਂ ਆਖਿਆ ਕਿ ਨਹੀਂ, ਸਾਡੀ ਵੀ ਫਿਰ ਦੇ ਦਿਆ। ਇੱਕ ਤਰ੍ਹਾਂ ਨਾਲ ਕਹਿ ਲਓ ਵੀ ਸਾਡਾ ਵੀ ਫਿਰ ਵਕਾਰ ਦਾ ਤੇ ਲੱਗਾ ਕਿ ਹਾਂ ਅਸੀਂ ਮਾਲ ਟ੍ਰੇਨਾਂ ਪਹਿਲਾਂ ਚਲਵਾਵਾਂਗੇ। ਜਦ ਤੱਕ ਤੁਸੀਂ ਇਹ ਪਹਿਲ ਕਦਮੀ ਨਹੀਂ ਕਰਦੇ ਉਸ ਤੋਂ ਬਾਅਦ ਫਿਰ ਅਸੀਂ ਸੋਚਣ ਲਈ ਮਜਬੂਰ ਹੋਵਾਂਗੇ, ਉਹ ਬਾਅਦ ਦੀ ਗੱਲ ਹੈ। ਪਰ ਜਦ ਤੱਕ ਤੁਸੀਂ ਇਹ ਪਹਿਲ ਨਹੀਂ ਕਰਦੇ, ਜਦ ਤੱਕ ਤੁਸੀਂ ਅੱਗੇ ਕਦਮ ਨਹੀਂ ਵਧਾਉਂਦੇ ਤਾਂ ਫਿਰ ਅਸੀਂ ਵੀ ਸਟੈਪ ਬੈਕ ਨਹੀਂ ਕਰਾਂਗੇ। ਤਾਂ ਇਹ ਇਹਨਾਂ ਦੇ ਕੁਛ ਲੀਡਰਾਂ ਨੇ ਆ ਕੇ ਆਉਣ ਦੀ ਰਿਕਾਰਡ ਕਿਹਾ। ਹਾਲਾਂਕਿ ਉਸ ਤੋਂ ਬਾਅਦ ਫਿਰ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੀ ਹੈ ਪ੍ਰਤੀਕਰਮ ਆਉਂਦੇ ਆ, ਅਕਾਲੀਆਂ ਨੇ ਕੇਂਦਰ ਦੇ ਵਤੀਰੇ ਤੇ ਨਾਖੁਸ਼ੀ ਜ਼ਾਹਿਰ ਕੀਤੀ ਆ। ਉਹ ਕਹਿੰਦੇ ਕਿ ਅੜੀਆਂ ਨਾ ਕਰੋ, ਤੁਸੀਂ ਸਮਝਾਓ, ਮਸਲਾ ਨਾ ਹੱਲ ਕਰੋ, ਮਤਲਬ ਕਿ ਸਮਝਾਓ ਨਾ, ਮਸਲਾ ਹੱਲ ਕਰੋ। ਕਿਸੇ ਵੀ ਤਰੀਕੇ ਨਾਲ ਇਸ ਮਸਲੇ 'ਤੇ ਹੁਣ ਬਹਿਸਬਾਜ਼ੀ ਨਹੀਂ ਹੋਣੀ ਚਾਹੀਦੀ। ਕਾਫੀ ਉਹਨਾਂ ਨੇ ਇਹ ਤਾਂ ਲਹਿਜ਼ਾ ਜਿਹੜਾ ਉਹ ਕੇਂਦਰ ਦੀ ਸਰਕਾਰ ਪ੍ਰਤੀ ਅਪਣਾਇਆ ਦਿੱਲੀ ਵਾਲਿਆਂ ਨੇ, ਅਕਾਲੀਆਂ ਨੇ ਦਿੱਲੀ ਪ੍ਰਤੀ। ਹਾਲਾਂਕਿ ਉਹ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਡਿਫੈਂਡ ਕਰਦੇ ਰਹੇ ਇਹਨਾਂ ਨੂੰ। ਜੇ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਤੀਕਰਮ ਦੇਖੋਗੇ ਤਾਂ ਉਹਨਾਂ ਨੇ ਕਿਹਾ ਕਿ ਕਿਸਾਨ ਯੂਨੀਅਨ ਦੀ ਕੇਂਦਰ ਦੇ ਨਾਲ ਗੱਲਬਾਤ ਵਧੀਆ ਰਹੀ ਹੈ, ਨਤੀਜੇ ਵੀ ਵਧੀਆ ਆਉਣਗੇ। ਤਾਂ ਉਹ ਉਮੀਦਵੰਦ ਨੇ, ਆਸਵੰਦ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਤੀਜੇ ਵਧੀਆ ਆਉਣਗੇ। ਪਰ ਇੱਥੇ ਕਿਸਾਨ ਮਜ਼ਦੂਰ ਕਮੇਟੀ ਹੈ ਜਿਹੜੀ, ਉਹ ਇਹਨਾਂ ਤੋਂ ਥੋੜ੍ਹਾ ਵੱਖ ਚੱਲ ਰਹੀ ਹੈ, ਪਹਿਲਾਂ ਹੀ ਆਪਾਂ ਨੂੰ ਸਭ ਨੂੰ ਪਤਾ ਹੀ ਹੈ। ਤਾਂ ਉਹਨਾਂ ਨੇ ਪ੍ਰੋਗਰਾਮ ਅੱਡ ਦਿੱਤਾ ਇੱਕ, ਉਹਨਾਂ ਨੇ ਦੀਵਾਲੀ ਜਿਹੜੀ ਉਹ ਕਾਲੀ ਮਨਾਉਣ ਦਾ ਐਲਾਨ ਕੀਤਾ ਵਾ ਤੇ ਨਾਲ ਕਿਹਾ ਕਿ ਅਸੀਂ ਮੋਦੀ ਦੀਆਂ ਅਰਥੀਆਂ ਵੀ ਸ਼ੋਅ ਕਰਦੇ। ਤਾਂ ਇਹ ਚੀਜ਼ ਵੀ ਥੋੜ੍ਹੀ ਜਿਹੀ ਹੁਣ ਇੱਥੇ ਨੋਟ ਕਰਨ ਵਾਲੀ ਆ, ਕਿਉਂਕਿ ਅੱਗੇ ਜਦ ਦੁਸਹਿਰੇ ਤੇ ਇਹਨਾਂ ਨੇ ਫੂਕੇ ਸੀਗੇ ਪੁਤਲੇ ਤਾਂ ਉਸ ਟਾਈਮ ਉਹਨਾਂ ਨੂੰ ਸੇਕ ਬਹੁਤ ਲੱਗਾ ਸੀਗਾ। ਸਖਤਾਈ ਅਸਲ ਦੇ ਵਿੱਚ ਉਸ ਤੋਂ ਬਾਅਦ ਹੀ ਹੋਣੀ ਸ਼ੁਰੂ ਹੋਈ ਹੈ ਪੰਜਾਬ ਦੀ। ਜੇ ਆਰਥਿਕ ਨਾਕਾਬੰਦੀ
ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ। ਅੱਜ ਵੀ ਉੱਥੇ ਕਾਫੀ ਕਿਸਾਨ ਨੁਮਾਇੰਦਿਆਂ ਨੇ ਇਹ ਸ਼ਬਦ ਇਸਤੇਮਾਲ ਕੀਤਾ ਕਿ ਸਾਡੀ ਆਰਥਿਕ ਨਾਕੇਬੰਦੀ ਜਦ ਤੱਕ ਤੁਸੀਂ ਤੋੜੋਗੇ ਨਹੀਂ ਤਦ ਤੱਕ ਅਸੀਂ ਇੱਕ ਵੀ ਕਦਮ ਹੁਣ ਪਿੱਛੇ ਨਹੀਂ ਹਟਣਾ। ਤਾਂ ਇਹ ਜਿਹੜੀ ਆਰਥਿਕ ਨਾਕੇਬੰਦੀ ਸਾਡੇ ਤੋਂ ਹੋਈ ਸੀਗੀ ਉਹ ਉਸ ਤੋਂ ਬਾਅਦ ਹੋਈ ਸੀਗੀ ਜਦੋਂ ਦੁਸਹਿਰੇ ਤੇ ਇੱਥੇ ਬਹੁਤ ਵੱਡੇ ਪੱਧਰ ਤੇ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ ਸਨ। ਤਾਂ ਇਹ ਇੰਡੀਆ ਦੇ ਵਿੱਚ ਬਹੁਤ ਰੇਅਰ ਆ ਕਿ ਨਰਿੰਦਰ ਮੋਦੀ ਦਾ ਇਸ ਤਰੀਕੇ ਨਾਲ ਕੋਈ ਪੁਤਲਾ ਫੂਕੇ ਔਰ ਬੜਾ ਨਿਡਰ ਜਿਹਾ ਹੋ ਕੇ ਉਸ ਪੁਤਲੇ ਨੂੰ ਫੂਕ ਕੇ ਨਾਅਰੇ ਵੀ ਲਾਵੇ। ਨਹੀਂ ਤਾਂ ਆਮ ਤੌਰ 'ਤੇ ਥੋੜ੍ਹਾ ਜਿਹਾ ਸੰਕੋਚ ਹੀ ਕੀਤਾ ਜਾਂਦਾ ਜਿਸ ਤਰ੍ਹਾਂ ਦਾ ਮਾਹੌਲ ਆ। ਪਰ ਪੰਜਾਬ ਹੀ ਆ, ਸਭ ਨੂੰ ਪਤਾ ਹੀ ਆ ਕਿ ਪੰਜਾਬ ਦਾ ਖਾਸਾ ਕੀ ਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਗੱਲਬਾਤ ਬੇਸ਼ੱਕ ਸਿੱਟਾ, ਕਿਉਂਕਿ ਗੱਲਬਾਤ ਵੈਸੇ ਆਪਣੀ ਵੀ ਬਹੁਤ ਲੰਮੀ ਹੋ ਗਈ ਆ, ਬੇਸ਼ੱਕ ਗੱਲਬਾਤ ਹਾਲ ਦੀ ਘੜੀ ਤਨ ਪੱਤਨ ਨਹੀਂ ਲੱਗੀ, ਪਰ ਇਹਦੇ ਵਿੱਚ ਇੱਕ ਪੋਜ਼ਿਟਿਵ ਸੰਕੇਤ ਜੋ ਕਿਸਾਨ ਨੁਮਾਇੰਦਗੀਆਂ ਨੇ ਸਾਨੂੰ ਦਿੱਤਾ ਹੈ ਉਹ ਨੁਮਾਇੰਦਗੀਆਂ ਇਹੋ ਹੀ ਕਹਿੰਦੀਆਂ ਨੇ ਕਿ ਸਬਰ ਰੱਖੋ। ਗੱਲਬਾਤ ਦਾ ਚੈਨਲ ਅਸੀਂ ਖੋਲ੍ਹ ਆਏ ਹਾਂ। ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਇੱਕ ਕਮੇਟੀ ਬਿਠਾ ਲਾਂਗੇ ਅਮੈਂਡਮੈਂਟ ਵਾਸਤੇ ਵੀ, ਜੇ ਸੋਚਣਾ ਪਿਆ ਤਾਂ ਸੋਚਾਂਗੇ, ਘਬਰਾਓ ਨਾ। ਤਾਂ ਸਾਨੂੰ ਥੋੜ੍ਹਾ ਜਿਹਾ ਇਤਬਾਰ ਕਰਨਾ ਪਏਗਾ। ਕੁਛ ਲੋਕ ਹੁਣੇ ਹੀ ਕਮੈਂਟ ਕਰ ਰਹੇ ਸੀਗੇ ਸੋਸ਼ਲ ਮੀਡੀਆ 'ਤੇ, ਜਾਈਦਾ ਨਹੀਂ ਵੈਸੇ ਜ਼ਿਆਦਾਤਰ, ਪਰ ਇਹੋ ਜਿਹੀਆਂ ਖਬਰਾਂ ਪੜ੍ਹਨ ਵਾਸਤੇ ਜਾਣਾ ਪੈਂਦਾ। ਤਾਂ ਉੱਥੇ ਬੜਾ ਦੁੱਖ ਲੱਗਦਾ ਕਿ ਸ਼ਾਇਦ ਸਾਡੀ ਜਾਣਕਾਰੀ ਕਈ ਵਾਰੀ ਉਸ ਪੱਧਰ 'ਤੇ ਡੂੰਘੀ ਨਹੀਂ ਹੁੰਦੀ ਜਿਸ ਪੱਧਰ 'ਤੇ ਜਾਣਕਾਰੀ ਸਾਨੂੰ ਚਾਹੀਦੀ ਹੈ। ਪਰ ਅਸੀਂ ਐਵੇਂ ਕਹਿ ਦਿੰਦੇ ਹਾਂ ਕਿ ਹਾਂ ਠੀਕ ਆ, ਤੁਸੀਂ ਕ੍ਰਿਟੀਸਾਈਜ਼ ਕਰ ਸਕਦੇ ਹੋ, ਤੁਸੀਂ ਆਪਣੇ ਜਥੇਬੰਦੀਆਂ ਨੂੰ ਕਹਿ ਸਕਦੇ ਹੋ ਕਿ ਤੁਸੀਂ ਇਸ ਮੁੱਦੇ 'ਤੇ ਵਿਚਾਰ ਕਰੋ, ਤੁਹਾਡਾ ਰਾਈਟ ਆ। ਪਰ ਐਂ ਕਹਿ ਦੇਣਾ ਕਿ ਤੁਸੀਂ ਸਮੋਸੇ 'ਤੇ ਵਿਕ ਗਏ ਹੋ, ਤੁਸੀਂ ਚਾਹ ਦੇ ਕੱਪ 'ਤੇ ਵਿਕਦੇ ਹੋ, ਐਸਾ ਨਹੀਂ ਹੈ। ਵਿਕਣ ਵਾਲੇ ਵਿਕ ਵੀ ਜਾਂਦੇ ਆ, ਇਹਨਾਂ ਦੇ ਵਿੱਚੋਂ ਬੰਦੇ ਵਿਕੇ ਵੀ ਆ। ਪਰ ਹਾਲ ਦੀ ਘੜੀ ਆਪਾਂ ਐਸਾ ਨਹੀਂ ਕਹਿ ਸਕਦੇ ਕਿਉਂਕਿ ਐਸਾ ਕੋਈ ਵੀ ਫੈਸਲਾ ਉਹਨਾਂ ਨੇ ਨਹੀਂ ਕੀਤਾ ਜੋ ਇਸ ਸੰਘਰਸ਼ ਨੂੰ ਖਤਮ ਕਰੇ ਜਾਂ ਕਮਜ਼ੋਰ ਕਰੇ। ਬਹਰਹਾਲ ਸਾਨੂੰ ਇੰਤਜ਼ਾਰ ਕਰਨਾ ਪਏਗਾ ਕਿ ਦੂਸਰੀ ਮੀਟਿੰਗ ਕਦ ਹੁੰਦੀ ਹੈ ਔਰ ਦਿੱਲੀ ਵਾਸਤੇ ਜੋ ਪ੍ਰੋਗਰਾਮ ਉਲੀਕਿਆ ਗਿਆ ਉਹਦੇ ਲਈ ਜਿਹੜੀ ਯੋਜਨਾਬੰਦੀ ਹੁੰਦੀ ਹੈ, ਜੋ ਪੇਸ਼ਬੰਦੀਆਂ ਹੁੰਦੀਆਂ, ਉਹਦੇ ਵਿੱਚ ਕਿੰਨੀ ਕੁ ਸਫਲਤਾ ਮਿਲਦੀ ਆ। ਬੇਸ਼ੱਕ ਦਿੱਲੀ 'ਚ ਨਾ ਵੜਨ ਦਿੱਤਾ ਜਾਵੇ, ਪਰ ਦਿੱਲੀ ਦੇ ਬਾਹਰਲੇ ਇਲਾਕਿਆਂ ਦੇ ਵਿੱਚ ਵੀ ਕਿੰਨੀ ਕੁ ਸੰਖਿਆ ਕਿਸਾਨਾਂ ਦੀ ਪਹੁੰਚਦੀ ਹੈ, ਇਹ ਮਹੱਤਵਪੂਰਨ ਰਹੇਗਾ। ਜੀ ਜੀ, ਮਿੰਟੂ ਜੀ ਅਗਲੀ ਗੱਲ ਕਰਦੇ ਚਾਹੀਏ। ਕਹਿੰਦੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਲਦ ਕਰਾਈਆਂ ਜਾਣਗੀਆਂ ਚੋਣਾਂ, ਕੈਪਟਨ ਨੇ ਉਪ ਰਾਸ਼ਟਰਪਤੀ ਨੂੰ ਲਿਖੀ ਹੈ ਚਿੱਠੀ। ਦੇਖੋ, ਜਲਦ ਕਰਾਈਆਂ ਜਾਣ ਚੋਣਾਂ, ਉਹਨਾਂ ਦੇ ਕਹਿਣ ਦਾ ਮਤਲਬ ਕਿ ਮੰਗ ਕੀਤੀ ਆ ਉਹਨਾਂ ਨੇ ਉਪ ਰਾਸ਼ਟਰਪਤੀ ਨੂੰ। ਰਾਸ਼ਟਰਪਤੀ ਕੀ ਆ ਕਿ ਉਹ ਹੋ ਗਿਆ, ਜਿੱਦਾਂ ਤੁਸੀਂ ਤੇ ਜ਼ਿਆਦਾ ਪੜ੍ਹੇ ਹੋ ਜਾਂਦੇ ਮੇਰੇ ਨਾਲੋਂ, ਜਿੱਦਾਂ ਉਹ ਚਾਂਸਲਰ ਹੋ ਗਿਆ ਤੇ ਵਾਈਸ ਚਾਂਸਲਰ ਜਿਹੜਾ ਕਿ ਯੂਨੀਵਰਸਿਟੀ ਦਾ ਸੰਚਾਲਕ ਹੁੰਦਾ ਹੈ। ਤਾਂ ਉਹਨਾਂ ਨੇ ਇਸੇ ਕਰਕੇ ਲਿਖਿਆ ਚਾਂਸਲਰ ਨੂੰ ਕਿ ਹਾਂ ਭਾਈ ਤੁਸੀਂ ਜਲਦੀ ਚੋਣਾਂ ਕਰਵਾਓ। ਆਪਣੇ ਇੱਥੇ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਆਪਣੀ ਯੂਨੀਵਰਸਿਟੀ ਹੈ, ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਹੈ ਨਾ, ਉਹਦੇ ਵਿੱਚ ਜੇ ਤੁਸੀਂ ਹਿਸਟਰੀ ਚੱਕ ਕੇ ਵੇਖੋਗੇ, ਮੈਨੂੰ ਸੰਨ ਭੁੱਲਦਾ, ਤੁਸੀਂ ਇਹ ਦੇਖ ਲਿਓ ਗੂਗਲ 'ਤੇ ਸਰਚ ਕਰਕੇ ਕਿ ਕਦੋਂ ਯੂਨੀਵਰਸਿਟੀ ਬਣੀ, ਅੰਗਰੇਜ਼ਾਂ ਦੇ ਟਾਈਮ 'ਚੋਂ ਬਣੀ ਸੀ, ਸ਼ਾਇਦ 1880 ਦਾ ਐਰਾ ਸੀਗਾ। ਉਸ ਤੋਂ ਲੈ ਕੇ ਅੱਜ ਤੱਕ, ਕਿਉਂਕਿ ਮੇਰੇ ਖਿਆਲ ਦੇ ਨਾਲ ਕੋਈ 2-4 ਹੀ ਯੂਨੀਵਰਸਿਟੀਆਂ ਹੋਣਗੀਆਂ ਜੋ ਇਸ ਤਰ੍ਹਾਂ ਦਾ ਇੱਕ ਪ੍ਰਬੰਧ ਲੈ ਕੇ ਚੱਲਦੀਆਂ ਜਿਹਦੇ ਵਿੱਚ ਗਵਰਨਿੰਗ ਬੋਡੀ ਆ। ਮਤਲਬ ਇਹ ਆ ਕਿ ਇਹ ਨਹੀਂ ਹੈ ਕਿ ਵਾਈਸ ਚਾਂਸਲਰ ਉੱਥੇ ਨਿਯੁਕਤ ਹੋ ਗਿਆ, ਕਿਸੇ ਵੀ ਵਿਚਾਰਧਾਰਾ ਨੂੰ ਅਪਣਾਇਆ ਵਾ ਜਾਂ ਕਿਸੇ ਨੇ ਉੱਥੇ ਲਾਇਆ ਵਾ, ਤਾਂ ਉਹ ਆਪਣੇ ਪੱਧਰ 'ਤੇ ਫੈਸਲੇ ਲੈ ਲਊਗਾ। ਇੱਥੇ ਸੈਨੇਟ ਹੁੰਦਾ, ਇੱਕ ਸਿੰਡੀਕੇਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤਾਂ ਉਹਦੇ ਵਿੱਚ ਬਹੁਤ ਸਾਰੇ ਇਲੈਕਟਡ ਜਾਂ ਨੋਮੀਨੇਟਡ ਬੰਦੇ ਹੁੰਦੇ ਆ। ਤਾਂ ਉੱਥੇ ਕੀ ਹੈ ਕਿ ਇੱਕ ਪਾਸੜ ਫੈਸਲੇ ਨਹੀਂ ਲਏ ਜਾਂਦੇ। ਕੁੱਲ ਮਿਲਾ ਕੇ ਵਿਦਿਆਰਥੀਆਂ ਦੇ ਹਿੱਤਕਾਰੀ ਫੈਸਲੇ ਸਾਨੂੰ ਵੇਖਣ ਨੂੰ ਮਿਲਦੇ ਆ, ਮਾਪਿਆਂ ਦੇ ਹਿੱਤਕਾਰੀ ਫੈਸਲੇ ਸਾਨੂੰ ਵੇਖਣ ਨੂੰ ਮਿਲਦੇ ਆ। ਔਰ ਇਹ ਵੀ ਹੈ ਕਿ ਤਕਰੀਬਨ ਕਹਿ ਲਓ ਕਿ ਪੰਜਾਬ ਦਾ ਗਲਬਾ ਹੈ। ਔਰ ਸਾਡਾ ਮੁੱਖ ਮੰਤਰੀ ਉਹਦੇ ਵਿੱਚ ਮੁੱਖ ਮੈਂਬਰ ਹੁੰਦਾ ਹੈ, ਚੀਫ ਜਸਟਿਸ ਜਿਹੜੇ ਹੁੰਦੇ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉਹ ਵੀ ਹੁੰਦੇ ਆ, 2-3 ਵਿਧਾਇਕ ਵੀ ਹੁੰਦੇ। ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਸਾਡਾ ਜੇ ਚੰਡੀਗੜ੍ਹ ਦੇ ਨਾਲ ਸਭ ਤੋਂ ਵੱਡਾ ਤੰਗ ਜੁੜਿਆ ਹੋਇਆ ਤਾਂ ਯੂਨੀਵਰਸਿਟੀ ਕਰਕੇ ਜੁੜਿਆ, ਕਿਉਂਕਿ ਜਿਹੜੇ ਹੁੰਦੇ ਆ ਇਹਨਾਂ ਦੇ ਨਾਲ ਜੁੜੇ ਕਾਲਜ ਹੁੰਦੇ ਆ, ਐਫੀਲੀਏਟਡ, ਪਤਾ ਨਹੀਂ ਕੀ ਉਹਨਾਂ ਨੂੰ ਇੱਕ ਸ਼ਬਦ ਇਸਤੇਮਾਲ ਕਰਦੇ ਆ, ਤਾਂ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਪ੍ਰਿੰਸੀਪਲ ਆਉਂਦੇ ਆ, ਸੈਨੇਟ ਦੇ ਮੈਂਬਰ ਬਣ ਕੇ, ਪ੍ਰੋਫੈਸਰ ਵੀ ਆਉਂਦੇ ਆ। ਯਾਨੀ ਲੰਮੀ ਚੌੜੀ ਇੱਕ ਕਵਾਇਦ ਆ। ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਸੈਨੇਟ ਦਾ ਇਲੈਕਸ਼ਨ ਨਹੀਂ ਹੋਇਆ। ਹਿਸਟਰੀ ਦੇ ਵਿੱਚ ਪਹਿਲੀ ਮਰਤਬਾ ਐਸਾ ਵਾਪਰਿਆ ਕਿ ਇਲੈਕਸ਼ਨ ਨਹੀਂ ਕਰਵਾਇਆ ਗਿਆ। ਔਰ ਤੁਹਾਨੂੰ ਯਾਦ ਹੋਏਗਾ ਸ਼ਾਇਦ ਉਹ ਬਿਆਨ, ਜੇ ਤੁਸੀਂ ਕਿਤੇ ਪੜ੍ਹਿਆ ਸੁਣਿਆ ਹੋਵੇ, ਨਹੀਂ ਤਾਂ ਮੈਂ ਦੱਸ ਦਿੰਦਾ ਕਿ ਜਿਹੜੇ ਕੇਂਦਰੀ ਮੰਤਰੀ ਹੈ ਸੋਮ ਪ੍ਰਕਾਸ਼, ਇਹਨਾਂ ਨੇ ਪਿਛਲੇ ਸਾਲ ਚੰਡੀਗੜ੍ਹ ਦੇ ਵਿੱਚ
ਇਸੇ ਤਰ੍ਹਾਂ ਖਿੱਚ ਕੇ ਆਖਿਆ ਸੀ। ਉਹਨਾਂ ਆਖਿਆ ਜੇ ਅਸੀਂ 370 ਨਹੀਂ ਰਹਿਣ ਦਿੱਤੀ ਤਾਂ ਫਿਰ ਇਹ ਜਿਹੜੀ ਗਵਰਨਿੰਗ ਬੋਡੀ ਜਿਹਦਾ ਤੁਸੀਂ ਗੁਮਾਨ ਕਰਦੇ ਹੋ, ਜਿਹੜਾ ਤੁਹਾਨੂੰ ਫਤੂਰ ਆ ਕਿ ਸਾਡੇ ਕੋਲ ਇਹ ਗਵਰਨਿੰਗ ਬੋਡੀ, ਕਿਉਂਕਿ ਸੁਪਰੀਮ ਹੈ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸੁਪਰੀਮ ਆ, ਉੱਥੇ ਇੱਕ ਪਾਸੜ ਫੈਸਲੇ ਨਹੀਂ ਲੈ ਜਾਂਦੇ, ਇਹਨਾਂ ਦੀ ਦਾਲ ਨਹੀਂ ਸੀ ਗਲਦੀ ਉੱਥੇ। ਤਾਂ ਇਹਨਾਂ ਨੇ ਖਿੱਚ ਕੇ ਆਖਿਆ ਕਿ ਜੇ ਅਸੀਂ 370 ਨਹੀਂ ਛੱਡੀ ਤੇ ਫਿਰ ਇਹ ਛੱਡ ਦਿਆਂਗੇ ਅਸੀਂ, ਮਤਲਬ ਕਿ ਜੋ ਉੱਥੇ ਕੀਤਾ ਫਿਰ ਇੱਥੇ ਵੀ ਕਰ ਦਿਆਂਗੇ। ਤਾਂ ਐਤਕੀ ਹੋਇਆ ਕੀ ਆ ਕਿ ਜਿਹੜੇ DC ਸਾਹਿਬ ਆ ਉਹਨਾਂ ਨੇ ਹਵਾਲਾ ਦਿੱਤਾ ਕਿ ਦੇਖੋ ਜੀ ਜੋ ਚੰਡੀਗੜ੍ਹ ਦਾ UT ਦਾ ਚਲੋ ਐਡਮਿਨਿਸਟ੍ਰੇਸ਼ਨ ਆ ਉਹ ਇਜਾਜ਼ਤ ਨਹੀਂ ਦਿੰਦਾ, ਕਰੋਨਾ ਕਰਕੇ ਆਪਾਂ ਇਲੈਕਸ਼ਨ ਨਹੀਂ ਕਰਾਵਾਂਗੇ, ਨਹੀਂ ਤਾਂ ਆਮ ਤੌਰ 'ਤੇ ਸਤੰਬਰ ਤੋਂ ਪ੍ਰਕਿਰਿਆ ਚੱਲਦੀ ਹੈ, ਅਕਤੂਬਰ 'ਚ ਖਤਮ ਹੁੰਦੀ ਹੈ, ਨਵੰਬਰ ਦੇ ਵਿੱਚ ਨਵੀਂ ਬੋਡੀ ਜਿਹੜੀ ਉਹ ਕੰਮ ਕਾਰ ਸੰਭਾਲ ਲੈਂਦੀ ਹੈ। ਇਸ ਦਫਾ 2 ਵਾਰੀ ਇਲੈਕਸ਼ਨ ਟਾਲ ਦਿੱਤਾ ਗਿਆ। ਹੁਣ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਹ ਦਾ ਨਾਰਾ ਮਾਰਿਆ। ਹਾਲਾਂਕਿ ਮੇਰਾ ਮੰਨਣਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਆਹ ਦਾ ਨਾਰਾ ਮਾਰਨਾ ਚਾਹੀਦਾ ਸੀਗਾ, ਕਿਉਂਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਚੀਫ ਮਿਨਿਸਟਰ ਮੁੱਖ 6 ਮੈਂਬਰਾਂ 'ਚੋਂ ਇੱਕ ਹੁੰਦਾ, ਜਿਵੇਂ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆ। ਤਾਂ ਇਹਨਾਂ ਨੇ ਕਾਫੀ ਦੇਰ ਕਰ ਦਿੱਤੀ ਬੋਲਦਿਆਂ ਕਿਉਂਕਿ ਜਦ ਸੁਖਬੀਰ ਸਿੰਘ ਬਾਦਲ ਬੋਲੇ ਇਹਨਾਂ 'ਤੇ ਪ੍ਰੈਸ਼ਰ ਬਣਿਆ, ਉਸ ਤੋਂ ਬਾਅਦ ਇਹਨਾਂ ਦਾ ਕੋਈ ਪ੍ਰਤੀਕਰਮ ਆਇਆ, ਇਹ ਵੇਖਣ ਵਾਲੀ ਗੱਲ ਆ। ਹੁਣ ਇਹ ਚੀਜ਼ ਜਿਹੜੀ ਹੈ ਨਾ ਉਹ ਸੋਮ ਪ੍ਰਕਾਸ਼ ਵਾਲੀ ਉਹਦੇ ਨਾਲ ਜੋੜ ਕੇ ਦੇਖ ਲਓ, ਕਿਉਂਕਿ ਕੁਝ ਲੋਕ ਇਸ ਨੂੰ ਮਹਿਸੂਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੰਡੀਗੜ੍ਹ ਦੇ ਨਾਲ ਜਿਹੜਾ ਜਜ਼ਬਾਤੀ ਰਿਸ਼ਤਾ ਹੈ ਪੰਜਾਬ ਦਾ, ਉਹਨੂੰ ਤੋੜਨ ਵਾਸਤੇ ਕੇਂਦਰੀ ਬੋਰਡ ਦੇ ਤਹਿਤ ਇਹ ਜਿਹੜੀ ਯੂਨੀਵਰਸਿਟੀ ਉਹ ਲਿਆਂਦੀ ਜਾ ਸਕਦੀ। ਉਸ ਤੋਂ ਬਾਅਦ ਕੀ ਹੋਏਗਾ ਉਹ ਕਿਆਫੇ, ਕੋਈ ਕਹਿੰਦਾ ਕਿ ਨਾਂ ਵੀ ਬਦਲਿਆ ਜਾ ਸਕਦਾ, ਪੜ੍ਹਾਈ ਦਾ ਪੈਟਰਨ ਵੀ ਬਦਲਿਆ ਜਾ ਸਕਦਾ, ਇੱਕ ਖਾਸ ਵਿਚਾਰਧਾਰਾ ਜਿਹੜੀ ਕਿ ਉੱਥੇ ਪਹਿਲਾਂ ਹੀ ਪਨਪੀ ਹੋਈ ਆ, ਜਿਹੜੀ ਪਹਿਲਾਂ ਹੀ ਉੱਥੇ ਡੋਮੀਨੇਟ ਕਰਨ ਦਾ ਯਤਨ ਕਰਦੀ ਆ, ਉਹਨੂੰ ਹੋਰ ਵੀ ਸਪੋਰਟਿਵ ਰੋਲ ਅਦਾ ਕਰਕੇ ਉੱਥੇ ਹਾਵੀ ਕੀਤਾ ਜਾ ਸਕਦਾ। ਇਹ ਤਮਾਮ ਚੀਜ਼ਾਂ ਜਿਹੜੀਆਂ ਨੇ ਇਸ ਵੇਲੇ ਜ਼ੇਰੇ ਚਰਚਾ ਹੈ। ਪਰ ਗੱਲ ਇਹ ਆ ਕਿ ਇਸ ਵੇਲੇ ਜਿਸ ਤਰ੍ਹਾਂ ਦਾ ਰੋਲ ਹੈ ਕਿ ਜੇ ਦੇਖੋ ਬਿਹਾਰ ਦੇ ਵਿੱਚ ਇਲੈਕਸ਼ਨ ਹੋ ਸਕਦਾ ਕਰੋਨਾ ਕਾਲ ਦੇ ਦਰਮਿਆਨ ਹੀ, ਤਾਂ ਫਿਰ ਇੱਥੇ ਕਿਉਂ ਨਹੀਂ ਹੋ ਸਕਦਾ? ਕਿਉਂਕਿ ਇੱਥੇ ਤਾਂ ਇਲੈਕਸ਼ਨ ਹੁਣ ਮੈਂ ਜਿਵੇਂ ਤੁਹਾਨੂੰ ਕਿਹਾ ਕਿ 6 ਤਾਂ ਇੱਥੇ ਹੀ ਬਣ ਗਏ, ਕੁਝ ਵਿਧਾਇਕ ਆ ਗਏ ਜਾਂ ਚੀਫ ਜਸਟਿਸ ਸਾਹਿਬ ਆ ਗਏ, ਇਸ ਤੋਂ ਇਲਾਵਾ ਪ੍ਰਿੰਸੀਪਲ ਪ੍ਰੋਫੈਸਰ ਉਹ ਤੇ ਆਲਰੇਡੀ ਪਹਿਲਾਂ ਹੀ ਸੀਟਾਂ 'ਤੇ ਬੈਠੇ ਆ ਨਾ, ਉਹ ਤੇ ਆਪਣਾ ਆਨਲਾਈਨ ਆਫਲਾਈਨ ਕੰਮ ਕਰਦੇ, ਕਿੱਡਾ ਕੁ ਤਾਮ ਚੱਲਦਾ। ਵੱਧ ਤੋਂ ਵੱਧ ਇਹ ਆ ਕਿ ਜਿਹੜੇ ਯੂਨੀਵਰਸਿਟੀ ਦੇ ਗ੍ਰੈਜੂਏਟ ਹੁੰਦੇ ਆ ਉਹ ਕੁਝ ਸੈਨੇਟਰ ਚੁਣਦੇ ਆ, ਉਹ ਵੀ ਮੇਰੇ ਖਿਆਲ ਦੇ ਨਾਲ ਕੋਈ ਲਾ ਲਓ ਕੋਈ 2 ਦਰਜਨ ਹੋਣੇ, 3 ਦਰਜਨ ਹੋਣੇ, ਕੋਈ ਬਹੁਤੇ ਨਹੀਂ ਹੁੰਦੇ। ਤਾਂ ਕੁੱਲ ਮਿਲਾ ਕੇ ਜੇ ਦੇਖੋਗੇ ਇਹ 200 ਦੇ ਥੱਲੇ ਗਿਣਤੀ ਰਹਿੰਦੀ ਹੈ ਨੋਮੀਨੇਸ਼ਨਸ ਦੀ ਵੀ ਔਰ ਇਲੈਕਸ਼ਨਸ ਦੀ ਵੀ, ਤਾਂ ਉਹਦੇ ਵਿੱਚ ਕੋਈ ਵੱਡਾ ਤਾਮ ਝਾਮ ਨਹੀਂ ਹੈ ਜਿੰਨਾ ਬਿਹਾਰ ਦੇ ਵਿੱਚ ਤੁਸੀਂ ਦਿਖਾਇਆ ਵਾ। ਤਾਂ ਉਹਦੇ ਵਾਸਤੇ ਤੁਸੀਂ ਐਕਸਟਰਾ ਕੋਈ ਪ੍ਰੋਟੋਕਾਲ ਬਣਾ ਸਕਦੇ ਹੋ ਕਿ ਇਹਨਾਂ ਇਲੈਕਸ਼ਨਾਂ ਦੇ ਵਾਸਤੇ ਆ ਪ੍ਰੋਟੋਕਾਲ ਨਿਸ਼ਚਿਤ ਅਸੀਂ ਕਰਦੇ ਹਾਂ, ਪਰ ਤੁਸੀਂ ਇਲੈਕਸ਼ਨ ਨਹੀਂ ਕਰਵਾ ਰਹੇ, ਤਾਂ ਉਹ ਲੋਕਾਂ ਦਾ ਸ਼ੱਕ ਵੱਧ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਯੂਨੀਵਰਸਿਟੀ ਜਿਹੜੀ ਹੈ ਠੀਕ ਉਸੇ ਤਰ੍ਹਾਂ ਖੋਲ੍ਹੀ ਜਾਏਗੀ ਜਿਸ ਤਰ੍ਹਾਂ ਚੰਡੀਗੜ੍ਹ ਪੰਜਾਬ ਤੋਂ ਖੋਲ੍ਹਿਆ ਗਿਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਬਠਿੰਡੇ ਦੇ 7 ਪਿੰਡ ਮਨਾਉਣਗੇ ਗੂੰਗੀ ਦੀਵਾਲੀ। ਗੂੰਗੀ ਦੀਵਾਲੀ ਦਾ ਮਤਲਬ ਕਿ ਠਾ ਠੱਕਾ ਨਹੀਂ ਹੋਏਗਾ। ਵੈਸੇ ਪਟਾਕੇ ਨਹੀਂ ਚੱਲਦੇ, ਕੀ ਹੋਇਆ ਸਾਡੇ ਆ ਮੁੰਡਿਆਂ ਦੇ ਕੋਲ ਪਤਾ ਨਹੀਂ ਕਿਹੜਾ ਬਟਨ ਲੱਗਾ ਬੁਲਟ ਮੋਟਰਸਾਈਕਲਾਂ 'ਚ, ਉਹਦੇ ਹੀ ਪਟਾਕੇ ਪਾਈ ਜਾਂਦੇ ਆ, ਖੜਾਕ ਕਰਦੇ ਜਾਂਦੇ ਆ। ਇਹ 7 ਪਿੰਡ ਜਿਹੜੇ ਆ ਅੱਗੇ ਵੀ ਮੇਰੇ ਖਿਆਲ ਦੇ ਨਾਲ ਮਨਾਉਂਦੇ ਆ, ਹੁਣ ਮੀਡੀਆ ਦੇ ਵਿੱਚ ਆਇਆ, ਪਰ ਸਾਨੂੰ ਪਤਾ ਹੈ ਕਿਉਂਕਿ ਸਾਡਾ ਇਲਾਕਾ ਆ ਜਿਹੜੀ ਬਠਿੰਡਾ ਛਾਉਣੀ ਆ ਬਹੁਤ ਵੱਡੀ ਛਾਉਣੀ ਹੈ। ਕੁਛ ਲੋਕ ਤੇ ਦੱਸਦੇ ਆ, ਹਾਲਾਂਕਿ ਮੈਂ ਪੁਸ਼ਟੀ ਨਹੀਂ ਕਰਦਾ, ਕਿ ਏਸ਼ੀਆ ਦੀ ਸਭ ਤੋਂ ਵੱਡੀ ਛਾਉਣੀ ਆ। ਤਾਂ ਉਹਦੇ ਵਿੱਚ ਕੀ ਆ ਕਿ ਜਿਹੜਾ ਉਹਨਾਂ ਦਾ ਅਸਲਾ ਖਾਨਾ, ਆਪਾਂ ਬਹੁਤੀ ਗੱਲ ਨਹੀਂ ਕਰਾਂਗੇ, ਪਿੰਡਾਂ ਦਾ ਨਾਮ ਨਹੀਂ ਲਵਾਂਗੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨਾ ਕੁਛ ਤੁਹਾਨੂੰ ਪਤਾ ਹੀ ਆ ਕਿ ਨਾਜ਼ੁਕ ਹੁੰਦੀਆਂ ਨੇ, ਇਹਦੀ ਜਾਣਕਾਰੀ ਜਿਹੜੀ ਉਹ ਨਹੀਂ ਦੇਣੀ ਚਾਹੀਦੀ। ਤਾਂ ਉਹ 7 ਕੁ ਪਿੰਡ ਜਿਹੜੇ ਆ ਨਾ ਉਹ ਲੱਗਦੇ ਆ ਅਸਲਾ ਖਾਨਾ ਦੇ ਨਾਲ, ਜੋ ਇਹਨਾਂ ਦਾ ਅਸਲਾ ਖਾਨਾ ਹੈ ਜਿੱਥੇ ਮਤਲਬ ਕਿ ਅਸਲਾ ਬਰੂਦ ਵਗੈਰਾ ਰੱਖਦੇ ਆ। ਤਾਂ ਹੁਣ ਉੱਥੇ ਕੀ ਆ ਕਿ ਪ੍ਰਸ਼ਾਸਨ ਨੇ ਇੱਕ ਮਰਤਬਾ ਫੇਰ ਪਾਬੰਦੀ ਲਾ ਦਿੱਤੀ ਆ ਕਿ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਭਾਈ ਪਟਾਕੇ ਨਹੀਂ ਚਲਾਉਣ ਦੇਵਾਂਗੇ। ਤੇ ਅੱਗੇ ਵੀ ਹੁੰਦਾ ਸਾਨੂੰ ਪਤਾ, ਇੱਥੋਂ ਤੱਕ ਕਿ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਰਕਬਾ ਲੱਗਦਾ ਨਾਲ ਛਾਉਣੀ ਤੇ, ਉੱਥੇ ਖੇਤਾਂ ਦੇ ਵਿੱਚ ਤੁਸੀਂ ਦੁਪਹਿਰੇ ਆਪਾਂ ਦੇਖੇ ਹੀ ਆ ਨਾ, ਸਾਰੇ ਪੰਜਾਬੀਆਂ ਨੇ ਖੇਤਾਂ ਦੇ ਵਿੱਚ ਚਾਹ ਬਣਾਈ ਜਾਂਦੀ ਆ, ਚੁੱਲ੍ਹਾ ਕੱਢਿਆ ਜਾਂਦਾ ਮਿੱਟੀ ਦੇ ਵਿੱਚ ਹੀ, ਇੱਟਾਂ ਰੱਖ ਲਈਆਂ ਜਾਂਦੀਆਂ, ਕਈ ਵਾਰ ਉੱਥੇ ਪਤੀਲਾ ਰੱਖ ਕੇ ਚਾਹ ਬਣਾ ਲਈ ਜਾਂਦੀ ਹੈ, ਬਾਟੀਆਂ 'ਚ ਪਾ ਕੇ ਚਾਹ ਪੀਣ ਦਾ ਸਵਾਦ ਹੀ ਵੱਖਰਾ ਹੈ। ਮਤਲਬ ਕਿ ਇੱਥੇ ਤੁਸੀਂ ਇਸ ਏਰੀਏ ਦੇ ਵਿੱਚ ਚਾਹ ਵੀ ਨਹੀਂ ਬਣਾ ਸਕਦੇ ਖੇਤਾਂ ਦੇ, ਕਿਉਂਕਿ ਅਸਲਾ ਖਾਨਾ ਉੱਥੇ ਨਾਲ ਹੀ ਮਾਲਖਾਨਾ ਹੈ। ਤਾਂ ਹੁਣ ਇਸ ਵਾਰੀ ਵੀ ਹੁਕਮ ਦਿੱਤਾ ਗਿਆ 144 ਲਾ ਕੇ ਕਿ ਭਾਈ ਤੁਸੀਂ ਇਸ ਤਰ੍ਹਾਂ ਦੀ ਕੋਈ ਗਤੀਵਿਧੀ ਨਹੀਂ ਕਰ ਸਕਦੇ। ਤਾਂ 7 ਪਿੰਡ ਜਿਹੜੇ ਆ
ਉਹ ਫਿਰ ਇੱਕ ਦਫਾ ਖੂੰਗੀ ਦੀਵਾਲੀ ਮਨਾਉਣਗੇ। ਪਰ ਮੈਂ ਕਹਿੰਦਾ ਕਿ ਵਧੀਆ ਉਹ ਦੀਵੇ ਵਗੈਰਾ ਲਾਉਂਦੇ ਆ, ਉਹਨਾਂ ਨੂੰ ਆਦਤ ਆ, ਉਹ ਪਟਾਕੇ ਵਗੈਰਾ ਨਹੀਂ ਚਲਾਉਂਦੇ, ਜ਼ਿੰਮੇਵਾਰੀ ਵੀ ਵੱਧ। ਦੇਖੋ ਗੱਲ ਤੇ ਇਹ ਆ ਕਿ ਜੇ ਐਡਾ ਅਸਲਾ ਭੰਡਾਰ ਹੋਊਗਾ ਤੁਹਾਡੇ ਸਾਹਮਣੇ, ਤੁਹਾਡੇ ਨਜ਼ਦੀਕ, ਤੇ ਤੁਸੀਂ ਆਪ ਹੀ ਰਿਸਕ ਨਹੀਂ ਲੈਣਾ। ਤੇ ਸਭ ਤੋਂ ਪਹਿਲਾਂ ਜਵਾਬ ਤੇ ਸਾਡੇ ਉੱਤਮ ਨਾ, ਜੇ ਕੱਲ੍ਹ ਨੂੰ ਕੋਈ ਐਸੀ ਖੁਦਾ ਨਾ ਖਾਸਤਾ ਘਟਨਾ ਵਾਪਰ ਜਾਂਦੀ ਹੈ। ਤੇ ਇਸ ਕਰਕੇ ਗੁੱਗੀ ਦੀਵਾਲੀ ਕਹੀ ਜਾਂਦੀ ਹੈ। ਮੀਡੀਆ ਨੇ ਇਸ ਵਾਰੀ ਇਸ ਖਬਰ ਨੂੰ ਨੋਟਿਸ ਕੀਤਾ, ਪਰ ਇਹ ਬਹੁਤ ਲੰਮੇ ਸਮੇਂ ਤੋਂ ਚੀਜ਼ ਚੱਲਦੀ ਆ ਰਹੀ ਹੈ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਕਹਿੰਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਸਾਬਕਾ ਫੌਜੀ ਨੇ ਚਲਾਈਆਂ ਗੋਲੀਆਂ, 2 ਸਕੇ ਭਰਾਵਾਂ ਦੀ ਮੌਤ। ਹਾਂਜੀ, ਨੌਸ਼ਹਿਰਾ ਮੱਝਾ ਸਿੰਘ ਦੀ ਘਟਨਾ ਹੈ। ਦੱਸਿਆ ਕਿ ਇੱਥੇ ਲਾਗਲੇ ਪਿੰਡ ਕਲੇਰ ਖੁਰਦ ਦੇ ਵਿੱਚ ਨਾ ਕੋਈ ਜ਼ਮੀਨ ਦਾ ਝਗੜਾ ਸੀਗਾ, 40 ਸਾਲ ਤੋਂ ਇਹ ਝਗੜਾ ਚੱਲਦਾ ਆ ਰਿਹਾ, ਤੇ ਉਹਦੇ ਵਿੱਚ 2 ਸਕੇ ਭਰਾ ਜਿਹੜੇ ਖੇਤ ਦੇ ਵਿੱਚ ਹੀ ਕੰਮ ਕਰਦੇ ਸੀ ਜਾਂ ਖੜੇ ਸੀਗੇ, ਤਾਂ ਉਹਨਾਂ ਨੂੰ ਮਾਰ ਦਿੱਤਾ ਗਿਆ। ਹਮਲਾ ਹੋਇਆ, ਤਕੜਾ ਹਮਲਾ ਕੀਤਾ ਗਿਆ, ਤੇ ਕਾਤਲਾਂ ਦੇ ਵਿੱਚ ਇੱਕ ਦੱਸਿਆ ਜਾਂਦਾ ਕਿ ਸਾਬਕਾ ਫੌਜੀ ਵੀ ਆ। ਇਹ 2 ਬੰਦੇ ਜਿਹੜੇ ਆ ਉਹ ਮਰੇ ਆ, ਕੁਛ 2 ਬੰਦੇ ਮੇਰੇ ਖਿਆਲ ਦੇ ਨਾਲ ਜ਼ਖਮੀ ਵੀ ਹੋਏ ਆ। ਇਹ ਵਿਵਾਦ ਜਿਹੜੇ ਆ ਜ਼ਮੀਨ ਦੇ, ਤੁਹਾਨੂੰ ਪਤਾ ਹੀ ਆ ਕਿ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਆ। ਵੈਸੇ ਇਹਨਾਂ ਚੀਜ਼ਾਂ ਤੋਂ ਨਾ ਸਬਕ ਸੈਂਟਰ ਨੂੰ ਵੀ ਲੈਣਾ ਚਾਹੀਦਾ। ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਜ਼ਮੀਨ ਪਿੱਛੇ ਬੰਦੇ ਮਾਰ ਦਿਓ, ਮੈਂ ਕਦੇ ਇਸ ਚੀਜ਼ ਦਾ ਹਾਮੀਦਾਰ ਨਹੀਂ ਹਾਂ। ਮੈਂ ਤੇ ਖੁਦ ਪੀੜ ਪਿਆ ਇਹਨਾਂ ਚੀਜ਼ਾਂ ਤੋਂ ਕਿ 5-5 ਮਰਲੇ ਜਿਹੜੇ ਆ ਉਹ ਕਈ ਵਾਰ 5-5 ਸਾਲ ਕੈਦ ਕਟਾਉਂਦੇ ਆ। 5-5 ਮਰਲੇ 5-5 ਸਾਲ ਕੈਦ ਕਟਾਉਂਦੇ ਆ, ਤੇ 25-25 ਸਾਲ ਤੁਹਾਨੂੰ ਵਕੀਲਾਂ ਦੇ ਵੱਸ ਪਾਉਂਦੇ ਆ। ਉੱਥੇ ਜਾ ਕੇ ਫਿਰ ਪਤਾ ਲੱਗਦਾ ਕਿ ਹਾਂ ਯਾਰ ਕੀ ਔਖਾ ਕੰਮ ਆ, ਤਾਂ ਘਰ ਉੱਜੜ ਜਾਂਦੇ ਆ। ਪਰ ਇਹਦੇ ਤੋਂ ਸਬਕ ਇੱਕ ਲੈਣ ਦੀ ਜ਼ਰੂਰਤ ਆ ਕਿ ਇਹ ਜਿਹੜੇ ਲੋਕ ਆ, ਪੰਜਾਬੀ ਲੋਕ ਆ, ਜ਼ਮੀਨ ਵਾਸਤੇ ਜਾਂ ਖੇਤੀ ਵਾਸਤੇ ਕਿਉਂ ਲੜ ਰਹੇ ਆ। ਕਿਉਂਕਿ ਇਸ ਜ਼ਮੀਨ ਦੀ ਜੇ ਖੇਤੀ ਨੂੰ ਤੁਸੀਂ ਵੇਖੋਗੇ ਤਾਂ ਗੁਰੂ ਸਾਹਿਬ ਨੇ, ਜਿਹੜੇ ਸਾਡੇ ਪਹਿਲੇ ਗੁਰੂ ਸੀਗੇ, ਉਹਨਾਂ ਨੇ ਇਸ ਵਿਰਾਸਤ ਨੂੰ ਅੱਗੇ ਤੋਰਿਆ। ਹਾਲਾਂਕਿ ਸਦੀਆਂ ਪੁਰਾਣੀ ਵਿਰਾਸਤ ਆ। ਔਰ ਫਿਰ ਇਹਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਇਨਕਲਾਬੀ ਪੁੱਟ ਚੜੀ। ਮੈਂ ਗੱਲ ਨੂੰ ਦੂਜੇ ਪਾਸੇ ਲਿਜਾ ਰਿਹਾ। ਕਹਿਣ ਦਾ ਮਤਲਬ ਇਹ ਆ ਕਿ ਜੋ ਲੋਕ ਇਹ ਸੋਚਦੇ ਆ ਕਿ ਬਹੁਤ ਆਸਾਨੀ ਦੇ ਨਾਲ ਅਸੀਂ ਕੱਚ ਚੋਂ ਉਂਗਲੀ ਕੱਢ ਦੇਵਾਂਗੇ ਤੇ ਗਲਾਸ ਜਿਹੜੇ ਕੱਚ ਦੇ ਉਹ ਟੁੱਟ ਜਾਣਗੇ, ਅਸੀਂ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਹੌਲੀ ਖੋਹ ਕੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਲੇਬਰ ਕਲਾਸ ਦੇ ਵਿੱਚ ਬਦਲ ਦੇਵਾਂਗੇ, ਤਾਂ ਦੇਖ ਲਓ ਕਿ ਇਹ ਲੋਕ ਐਸੇ ਲੋਕ ਆ ਜੋ ਆਪਣੇ ਭਰਾ ਦਾ ਵੀ ਖੂਨ ਕਰ ਦਿੰਦੇ ਆ ਜ਼ਮੀਨ ਪਿੱਛੇ। ਸੋ ਇਹ ਚੀਜ਼ ਜਿਹੜੀ ਆ ਨਾ, ਠੀਕ ਹੈ, ਮੈਂ ਮੰਨਦਾ ਕਿ ਬਹੁਤ ਮਾੜੀ ਘਟਨਾ, ਦੋਨੇ ਘਰ ਹੀ ਉੱਜੜ ਗਏ ਆ, ਪਰ ਇਹ ਤੋਂ ਇੱਕ ਚੀਜ਼ ਜਿਹੜੀ ਨਿਕਲ ਕੇ ਆਉਂਦੀ ਆ ਸਾਹਮਣੇ, ਉਹ ਇਹ ਆ ਕਿ ਜ਼ਮੀਨ ਦੇ ਨਾਲ ਇਹਨਾਂ ਦਾ ਰਿਸ਼ਤਾ ਹੀ ਇੰਨਾ ਗਹਿਰਾ। ਤਾਂ ਹੀ ਪੂਰੇ ਇੰਡੀਆ 'ਚ ਜੋ ਦੇਖੋਗੇ ਤੁਸੀਂ, ਕੋਈ ਨਹੀਂ ਬੋਲ ਰਿਹਾ ਇੰਨਾ ਤਿੱਖਣ, ਕੋਈ ਨਹੀਂ ਰੋਸ ਪ੍ਰਗਟਾ ਰਿਹਾ ਜਿੰਨਾ ਤਿੱਖਣ ਰੋਸ ਇੱਥੇ ਸਾਨੂੰ ਵੇਖਣ ਨੂੰ ਮਿਲ ਰਿਹਾ। ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਇੱਕ ਧਮਾਕੇ ਦੇ ਵਿੱਚ 3 ਵਿਅਕਤੀਆਂ ਦੀ ਮੌਤ, 1 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ। ਹਾਂਜੀ, ਇਹ ਲੇਟੈਸਟ ਖਬਰ ਆ। ਹੁਣੇ ਖਬਰ ਆ ਰਹੀ ਸੀ ਕਿ ਲਾਲੜੂ ਦੇ ਲਾਗੇ ਨਾ ਕੋਈ ਢਾਬਾ ਸੀਗਾ, ਉੱਥੇ ਕੋਈ ਟੈਂਕਰ ਖਲੋਤਾ ਸੀ ਤੇਲ ਦਾ। ਇਹ ਹਰਿਆਣੇ ਵਾਲੀ ਸਾਈਡ ਤੋਂ ਜਿਹੜੇ ਟੈਂਕਰ ਆਉਂਦੇ ਨਾ, ਮਤਲਬ ਕਿ ਬਾਹਰੋਂ ਆਉਂਦੇ ਆ, ਜ਼ਰੂਰੀ ਨਹੀਂ ਹਰਿਆਣੇ 'ਚ ਹੀ ਆਉਂਦੇ ਆ, ਇੱਧਰਲੀ ਸਾਈਡ ਤੋਂ ਜਿਹੜੇ ਐਂਟਰ ਹੁੰਦੇ ਆ ਟੈਂਕਰ। ਅੱਗੇ ਤੁਸੀਂ ਵੇਖਿਆ ਹੋਏਗਾ ਜਦੋਂ ਰੌਲਾ ਪਿਆ ਸੀਗਾ ਸ਼ਰਾਬ ਦੀਆਂ ਡਿਸਟਿਲਰੀਆਂ ਦਾ ਜੋ ਨਜਾਇਜ਼ ਤੌਰ 'ਤੇ ਚੱਲਦੀਆਂ ਸੀਗੀਆਂ, ਤਾਂ ਉਹਨਾਂ ਦੇ ਵਿੱਚੋਂ ਵੀ ਸਪਿਰਿਟ ਵਗੈਰਾ ਜਾਂ ਜਦੋਂ ਜ਼ਹਿਰੀਲੀ ਸ਼ਰਾਬ ਦਾ ਮਸਲਾ ਸੀਗਾ ਕਿ ਬੰਦੇ ਮਰੇ ਆ, ਉਦੋਂ ਵੀ ਇਹੀ ਮਸਲਾ ਉੱਭਰਿਆ ਸੀਗਾ ਕਿ ਇਸ ਇਲਾਕੇ ਦੇ ਵਿੱਚ ਲਾਲੜੂ, ਰਾਜਪੁਰਾ ਜਾਂ ਸ਼ੰਭੂ ਦਾ ਨਜ਼ਦੀਕ ਦਾ ਏਰੀਆ ਜਿਹੜਾ, ਕਿ ਇੱਥੇ ਆ ਕੇ ਉਹ ਟੈਂਕਰ ਸਪਿਰਿਟ ਚੋਰੀ ਕਰਵਾ ਕੇ ਅਗਾਂਹ ਭੇਜ ਦਿੰਦੇ ਆ। ਇਹ ਮਾਮਲਾ ਉੱਠਿਆ ਸੀਗਾ, ਸ਼ਾਇਦ ਤੁਹਾਡੇ ਨੋਟਿਸ ਦੇ ਵਿੱਚ ਹੋਵੇ। ਤਾਂ ਇੱਥੇ ਵੀ ਇਹੀ ਘਟਨਾ ਵੇਖਣ ਨੂੰ ਮਿਲੀ ਆ ਕਿ ਕੋਈ ਟੈਂਕਰ ਸੀ ਤੇਲ ਦਾ, ਇਹਦੇ ਵਿੱਚੋਂ ਤੇਲ ਕੱਢਿਆ ਜਾ ਰਿਹਾ ਸੀ, ਮਤਲਬ ਕਿ ਚੋਰੀ ਕੀਤੀ ਜਾ ਰਹੀ ਸੀਗੀ। ਤਾਂ ਉਹਨਾਂ ਨੂੰ ਸਪਲਾਈ ਕਰਨ ਵਾਲਾ ਹੋਣਾ ਨਾ ਤੇਲ ਦਾ ਟੈਂਕਰ, ਤਾਂ ਜਦੋਂ ਤੇਲ ਕੱਢਿਆ ਜਾ ਰਿਹਾ ਸੀ, ਠੀਕ ਉਸ ਵੇਲੇ ਕੋਈ ਹਾਦਸਾ ਵਾਪਰਿਆ ਵਾ। ਪਤਾ ਨਹੀਂ ਹੁਣ ਕਿ ਕੋਈ ਤੀਲ ਬਾਲੀ ਗਈ ਆ ਜਾਂ ਕੁਛ ਹੋਰ ਵਾਪਰਿਆ, ਕਿਉਂਕਿ ਹੁਣ ਦੇਰ ਸ਼ਾਮ ਦੀ ਘਟਨਾ, ਇਹਦੇ ਉੱਤੇ ਕੋਈ ਮੇਰੇ ਖਿਆਲ ਦੇ ਨਾਲ ਟਿੱਪਣੀ ਕਰਨੀ ਵੀ ਗੈਰ ਵਾਜਬ ਹੋਏਗੀ ਕਿ ਅਸਲ ਦੇ ਵਿੱਚ ਕਾਰਨ ਕੀ ਰਹੇ ਆ। ਪਰ ਇਹ ਜ਼ਰੂਰ ਕੁਛ ਮੀਡੀਆ ਆਊਟਲੈਟਸ ਨੇ ਖੁਲਾਸਾ ਕੀਤਾ ਵਾ ਕਿ ਇਸ ਟੈਂਕਰ ਦੇ ਵਿੱਚੋਂ ਤੇਲ ਚੋਰੀ ਕਰਨ ਦਾ ਯਤਨ ਕੀਤਾ ਜਾ ਰਿਹਾ ਸੀਗਾ, ਕਦੇ ਇਹ ਅੱਗ ਲੱਗੀ ਆ ਤੇ ਉਹਦੇ ਸਿੱਟੇ ਵਜੋਂ 3 ਨੌਜਵਾਨ ਹੀ ਸੀਗੇ ਜਿਹੜੇ ਉਹ ਮਰ ਗਏ ਆ। ਜੀ ਜੀ ਜੀ। ਤੇ ਸਰੋਤਿਓ, ਇੱਕ ਦੀ ਖਬਰ ਕਰਕੇ ਫਿਰ ਆਪਾਂ ਤੁਹਾਡੀਆਂ ਜਿਹੜੀਆਂ ਕਾਲਸ ਵੀ ਲੈਣੀਆਂ, ਤੇ ਤੁਸੀਂ ਕਾਲ ਕਰਕੇ ਆਪਣੇ ਜਿਹੜੇ ਸਵਾਲ ਆ ਉਹ ਪੁੱਛ ਸਕੋਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200।
4082725200। ਅਗਲੀ ਮਿੰਟੋ ਜੀ ਗੱਲ ਕਰੀਏ ਤਾਂ ਕਹਿੰਦੇ ਬਿਹਾਰ ਵਿੱਚ 12 ਵੋਟਾਂ ਦੀ ਵਿਵਾਦਤ ਜਿੱਤ ਹਾਰ ਹੁਣ ਚਰਚਾ ਦੇ ਵਿੱਚ ਆ। ਹਾਂਜੀ ਦੇਖੋ, ਉਹ ਜਿਹੜੀ ਹੈਗੀ ਨਾ 12 ਵੋਟਾਂ ਦੀ ਜਿੱਤ, ਜੇ ਤੁਸੀਂ ਓਫੀਸ਼ੀਅਲ ਅਕਾਊਂਟ ਦੇਖੋਗੇ ਰਾਸ਼ਟਰੀ ਜਨਤਾ ਦਲ ਦਾ, ਉੱਥੇ ਤੋਂ 13 ਦੱਸਦੇ ਆ। ਪਰ ਜਦੋਂ ਤੁਸੀਂ ਜਾਓਗੇ ਨਾ ਜਿਹੜੀ ਹੈਗੀ ਆ ਇਲੈਕਸ਼ਨ ਕਮਿਸ਼ਨ ਦੀ ਓਫੀਸ਼ੀਅਲ ਵੈਬਸਾਈਟ, ਉੱਥੇ ਵੋਟਾਂ ਦਾ ਫਰਕ 12 ਆ। ਕੁਝ ਮੀਡੀਆ ਆਊਟਲੈਟ ਵੀ ਉਸੇ ਟਵੀਟ ਨੂੰ ਕੋਟ ਕਰਕੇ ਜਾਂ ਉਹਦੇ ਤੋਂ ਪਰੇ ਰੱਖੋ ਕਿ 13 ਦਾ ਅੰਕੜਾ ਲਿਖ ਰਹੇ ਆ। ਪਰ ਨੋਟ ਕਰ ਲਿਓ, ਉਹ ਸਿਰਫ ਤੇ ਸਿਰਫ 12 ਦਾ ਮਾਰਜਨ ਸੀਗਾ। ਅਸਲ ਦੇ ਵਿੱਚ ਇਹ ਹਿਲਸਾ ਸੀਟ ਆ ਨਲੰਦਾ, ਪਟਨਾ ਤੋਂ ਥੋੜਾ ਦੂਰ ਜੇ ਤੁਸੀਂ ਜ਼ਿਲ੍ਹਾ ਦੇਖੋਗੇ ਬਿਹਾਰ ਦਾ, ਨਲੰਦਾ ਜ਼ਿਲ੍ਹੇ ਦੀ ਇੱਕ ਅਸੈਂਬਲੀ ਸੀਟ ਹੈ। ਜਿਵੇਂ ਬਠਿੰਡੇ ਦੇ ਵਿੱਚ ਭੁੱਚੋ ਲਾ ਲਓ ਜਾਂ ਕੁਛ ਵੀ ਹੈ, ਉਦਾਹਰਨ ਦੇ ਤੌਰ ਤੇ ਕਹਿ ਰਿਹਾ, ਤਾਂ ਉਹ ਨਲੰਦਾ ਜ਼ਿਲ੍ਹੇ ਦੀ ਇੱਕ ਸੀਟ ਆ ਹਿਲਸਾ, ਜਿੱਥੇ ਸਭ ਕੁਝ ਵਾਪਰਿਆ। ਮਹਿਜ਼ 12 ਵੋਟਾਂ ਦਾ ਫਰਕ ਹੈ ਜਿਹੜਾ ਉਹ ਰਿਹਾ। ਮਤਲਬ ਕਿ ਇੱਥੇ ਜਨਤਾ ਦਲ ਯੂਨਾਈਟਿਡ ਦਾ ਉਮੀਦਵਾਰ ਜਿੱਤ ਗਿਆ, ਨਿਤਿਸ਼ ਕੁਮਾਰ ਦਾ ਉਮੀਦਵਾਰ ਜਿੱਤ ਗਿਆ ਤੇ ਲਾਲੂ ਪ੍ਰਸਾਦ ਯਾਦਵ ਦਾ ਉਮੀਦਵਾਰ ਹਾਰ ਗਿਆ। ਇਸ ਤੋਂ ਬਾਅਦ ਰਾਸ਼ਟਰੀ ਜਨਤਾ ਦਲ ਵਾਲਿਆਂ ਨੇ ਟਵੀਟ ਕੀਤਾ ਸੀਗਾ ਕਿ ਜਿਹੜਾ ਸਾਡਾ ਉਮੀਦਵਾਰ ਸੀਗਾ ਸ਼ਕਤੀ ਸਿੰਘ, ਉਹ ਅਸਲ ਦੇ ਵਿੱਚ ਜੋ ਰਿਟਰਨਿੰਗ ਅਫਸਰ ਸੀਗਾ ਉਹਨੂੰ ਜੇਤੂ ਕਰਾਰ ਦੇ ਕੇ ਫਿਰ ਹਰਾਉਂਦਾ। ਮਤਲਬ ਕਿ ਜਦ 547 ਵੋਟਾਂ ਨਾਲ ਉਹਨੂੰ ਵਿਨਰ ਡਿਕਲੇਅਰ ਕਰ ਦਿੱਤਾ ਜਾਂਦਾ, ਫਿਰ ਕੋਈ ਮੁੱਖ ਮੰਤਰੀ ਦੇ ਰਿਹਾਇਸ਼ ਤੋਂ ਟੈਲੀਫੋਨ ਆਉਂਦਾ, ਅਚਾਨਕ ਇਹੀ ਅਧਿਕਾਰੀ ਕਹਿੰਦੇ ਆ ਕਿ ਪੋਸਟਲ ਬੈਲਟ ਰੱਦ ਹੋ ਗਿਆ, ਇਸ ਕਰਕੇ 13 ਵੋਟਾਂ ਨਾਲ ਤੁਸੀਂ ਡਿਫੀਟ ਹੋ ਗਏ। ਤਾਂ ਉਸ ਤੋਂ ਬਾਅਦ ਇਹ ਜਿਹੜੀ ਖਬਰ ਆ ਬਹੁਤ ਵੱਡੇ ਪੱਧਰ ਤੇ ਇੰਡੀਆ ਦੇ ਵਿੱਚ ਜਿਹੜੇ ਚਰਚਾ ਹੋਈ ਕਿ ਕਮਾਲ ਦੀ ਗੱਲ ਕਿ ਕੋਈ 13 ਵੋਟਾਂ ਨਾਲ ਕਿਸ ਤਰ੍ਹਾਂ ਆ ਸਕਦਾ। ਔਰ ਉਹ ਵੀ ਜੇ ਆਪਾਂ ਇਹਨਾਂ ਦੋਸ਼ਾਂ ਨੂੰ ਮੰਨੀਏ ਕਿ ਪਹਿਲਾਂ 547 ਵੋਟਾਂ ਤੇ ਉਹਨੂੰ ਜੇਤੂ ਡਿਕਲੇਅਰ ਕੀਤਾ ਗਿਆ ਤੇ ਬਾਅਦ ਦੇ ਵਿੱਚ ਹਵਾਲਾ ਦੇ ਦਿੱਤਾ ਗਿਆ ਕਿ ਪੋਸਟਲ ਬੈਲਟ ਜਿਹੜੇ ਆ ਉਹ ਰੱਦ ਹੋ ਗਏ ਆ। ਤੁਹਾਡੇ ਵੀ ਇੱਥੇ ਪੋਸਟਲ ਬੈਲਟ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਹੋਇਆ। ਖੈਰ ਚਲੋ ਉਹ ਤੇ ਪ੍ਰਕਿਰਿਆਵਾਂ ਵੱਖਰੀਆਂ ਨੇ, ਪ੍ਰਬੰਧ ਵੱਖਰੇ ਨੇ, ਪਰ ਇੱਥੇ ਬਿਹਾਰ ਦਾ ਇਲੈਕਸ਼ਨ ਹੈ ਜਿਹੜਾ ਬੇਸ਼ੱਕ ਉਹ ਖਤਮ ਹੋ ਗਿਆ। ਉਸ ਤੋਂ ਬਾਅਦ ਸਰਕਾਰ ਬਣਨ ਦੀ ਕੁਵਦ ਵੀ ਸ਼ੁਰੂ ਹੋ ਗਈ ਆ, ਪਰ ਇਹ ਵਾਦ ਵਿਵਾਦ ਜਿਹੜੇ ਆ ਨਾ ਉਹ ਪਿੱਛਾ ਨਹੀਂ ਛੱਡ ਰਹੇ। ਪਰ ਇਹਨਾਂ ਚੀਜ਼ਾਂ ਦਾ ਹੁਣ ਕੌਣ ਨਵੇੜਾ ਕਰੇ, ਕੋਈ ਕੁਛ ਨਹੀਂ ਕਹਿ ਸਕਦਾ। ਪਰ ਫਰਜ਼ ਕਰੋ ਜੇ 6-6 ਵੋਟਾਂ ਇੱਧਰ ਉੱਧਰ ਹੋ ਜਾਂਦੀਆਂ ਤੇ ਫਿਰ ਕਹਾਣੀ ਕੀ ਰੁਖ ਅਖਤਿਆਰ ਕਰਦੀ, ਕਿਉਂਕਿ ਬਰੋਬਰ ਹੋ ਜਾਂਦੀਆਂ ਸੀਗਾ। ਹਾਲਾਂਕਿ ਜੇ ਤੁਸੀਂ ਦੇਖੋਗੇ, ਮੈਂ ਦੇਖ ਰਿਹਾ ਸੀ, ਮੈਂ ਪੂਰੀਆਂ ਤਾਂ ਨਹੀਂ ਸੀਟਾਂ ਦੇਖ ਸਕਿਆ, ਪਰ ਮੈਂ 8-10 ਸੀਟਾਂ ਨੋਟ ਕੀਤੀਆਂ ਨੇ ਬਿਹਾਰ ਦੀਆਂ, ਜਿੱਥੇ ਮਾਰਜਨ ਜਿਹੜਾ ਰਿਹਾ ਨਾ ਉਹ 1000 ਵੋਟਾਂ ਤੋਂ ਥੱਲੇ ਰਿਹਾ। ਜਿਵੇਂ 13 ਲਾ ਲਓ, ਕਿਤੇ 100, 150, 200। ਔਰ ਮੈਨੂੰ ਯਾਦ ਆਇਆ 2012 ਦੇ ਵਿੱਚ ਆਪਣੇ ਪੰਜਾਬ 'ਚ ਵੀ ਇਸੇ ਤਰ੍ਹਾਂ ਹੋਇਆ ਸੀਗਾ। ਬਹੁਤ ਸਾਰੀਆਂ ਤਾਂ ਨਹੀਂ ਮੰਨ ਲਓ ਕਿ ਪਰ 8-10 ਸੀਟਾਂ ਇਸ ਤਰ੍ਹਾਂ ਦੀਆਂ ਸੀ ਜਿੱਥੇ ਲਾ ਲਓ ਕਿ 150 ਤੋਂ ਲੈ ਕੇ 1000-2000 ਤੱਕ ਹੀ ਮਾਰਜਨ ਜਿਹੜਾ ਉਹ ਜਿੱਤ ਹਾਰ ਤੈਅ ਕਰਕੇ ਗਿਆ ਸੀਗਾ। ਤਾਂ ਬਿਹਾਰ ਦੇ ਵਿੱਚ ਵੀ ਟੱਕਰ ਜਿਹੜੀ ਆ ਇਹ ਸਭੀ ਨੇ ਕਾਂਟੇ ਦੀ ਦਿੱਤੀ। ਹਾਲਾਂਕਿ ਉਹ ਆਪਾਂ ਜਿਵੇਂ ਅੱਗੇ ਵੀ ਕਾਫੀ ਬਹਿਸ ਕੀਤੀ ਹੈ ਇਸ ਮੁੱਦੇ ਤੇ ਕਿ ਕਈ ਇੰਪੈਕਟ ਨੇ ਇਹਨਾਂ ਚੀਜ਼ਾਂ ਤੇ ਪਏ ਆ ਜਿਹੜੇ, ਪਰ ਬਹਰਹਾਲ ਜੇ ਦੇਖੀਏ ਤਾਂ 8-10 ਸੀਟਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਿ ਮਾਰਜਨ ਪੱਖੋਂ ਬਹੁਤ ਹੀ ਨੇੜੇ ਦੀਆਂ ਸੀਟਾਂ ਸੀ। ਜੇ ਆਪਾਂ 2-3 ਹਜ਼ਾਰ ਨੂੰ ਪੈਮਾਨਾ ਮੰਨ ਕੇ ਚੱਲੀਏ ਤਾਂ ਫਿਰ ਤਾਂ ਕਾਫੀ ਸੀਟਾਂ ਇਸ ਤਰ੍ਹਾਂ ਦੀਆਂ ਹੋਣਗੀਆਂ, ਬਹੁਤ ਕਲੋਜ਼ ਟੱਕਰਾਂ ਹੋਈਆਂ ਨੇ। ਜੀ 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 ਤੇ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਸਰੋਤਿਓ ਅਸੀਂ ਫਿਰ ਮੁੜ ਵਾਪਸ ਹਾਜ਼ਰ ਹੋਵਾਂਗੇ ਤੇ ਤੁਸੀਂ ਵੀ ਜੇ ਆਪਣੇ ਸਵਾਲ ਪੁੱਛਣਾ ਚਾਹੋਗੇ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਫੋਨ ਨੰਬਰ ਹੈ 408-272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਮੀ ਸੱਚ ਪੁੱਛੇ ਤਾਂ ਟਰੱਕਿੰਗ ਬਿਜ਼ਨਸ ਤੋਂ ਮੈਂ ਬਿਲਕੁਲ ਥੱਕ ਚੁੱਕਾ ਆ। ਦਿਲ ਕਰਦਾ ਕੋਈ ਹੋਰ ਕੰਮ ਸ਼ੁਰੂ ਕਰ ਦਵਾਂ। ਕਈ ਵਾਰ ਤਾਂ ਇਦਾਂ ਲੱਗਦਾ ਟਰੱਕ ਚਲਾ ਕੇ ਕਮਾ ਕੇ ਕਿਸੇ ਹੋਰ ਨੂੰ ਦੇਈ ਜਾਂਦਾ ਆ। ਮਹੀਨੇ ਦੇ ਅਖੀਰ ਤਾਂ ਕੁਝ ਬਚਦਾ ਹੀ ਨਹੀਂ। ਜੀ ਕੱਲ ਪ੍ਰੀਤੋਂ ਮਿਲੀ ਸੀ, ਉਹਦੇ ਘਰ ਵਾਲੇ ਨੇ
ਅਵਲ ਵਾਲਿਆਂ ਤੋਂ ਬਿਜ਼ਨਸ ਚਲਾਉਣ ਦੀ ਟ੍ਰੇਨਿੰਗ ਲਈ ਆ। ਤੁਸੀਂ ਕਿਉਂ ਨਹੀਂ ਅਵਲ ਵਾਲਿਆਂ ਨਾਲ ਗੱਲ ਕਰ ਲੈਂਦੇ? ਅਵਲ ਕੰਸਲਟਿੰਗ ਟੀਮ ਲੈ ਕੇ ਆਏ ਹਨ ਟਰੱਕਿੰਗ ਨਾਲ ਜੁੜੇ ਹੋਏ ਢੇਰ ਸਾਰੇ ਕੋਰਸ, ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਫਿਰ ਆਪਣੀ ਟਰੱਕਿੰਗ ਕੰਪਨੀ ਖੋਲ ਸਕਦੇ ਹੋ। ਅਵਲ ਵਾਲਿਆਂ ਤੋਂ ਤੁਸੀਂ ਲੈ ਸਕਦੇ ਹੋ ਡਿਸਪੈਚ ਕੋਰਸ ਦੀਆਂ ਕਲਾਸਿਸ ਅਤੇ ਇਹਨਾਂ ਤੋਂ ਤੁਸੀਂ ਟਰੱਕਿੰਗ ਨਾਲ ਰਿਲੇਟਡ ਕੋਈ ਵੀ ਪਰਮਿਟ ਵੀ ਲੈ ਸਕਦੇ ਹੋ ਅਤੇ ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਅਤੇ AFM ਤੁਹਾਨੂੰ ਟਰੱਕਿੰਗ ਕੰਪਨੀ ਵਿੱਚ ਵਧਣ ਦੇ ਲਈ ਮਦਦ ਕਰ ਸਕਦੇ ਹਨ। ਅਵਲ ਕੰਸਲਟਿੰਗ ਟੀਮ 2520 ਵੈਂਚਰ ਓਕ ਵੇ ਸਵਿਚ 245 ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9165734205 916 573 4205। ਟਰੱਕਿੰਗ ਡਿਸਪੈਚ ਸਪੈਸ਼ਲਿਸਟ ਕੋਰਸ 16, 17, 18, 19 ਨਵੰਬਰ ਨੂੰ ਸੈਕਰਾਮੈਂਟੋ ਆਫਿਸ ਵਿਖੇ ਹੋਵੇਗਾ। ਫ੍ਰੈਜ਼ਨੋ ਵਿੱਚ ਟਰੱਕ ਸ਼ਾਪ ਨੂੰ 2 ਟਰੱਕ ਮਕੈਨਿਕ ਦੀ ਜ਼ਰੂਰਤ ਹੈ। 6 ਮਹੀਨੇ ਤੋਂ 1 ਸਾਲ ਤੱਕ ਦਾ ਤਜਰਬਾ ਹੋਣਾ ਚਾਹੀਦਾ ਹੈ। ਚੰਗੀ ਤਨਖਾਹ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5712358329 571 235 8329। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408 272 5200। ਸੁਣੋ ਜੀ, ਘਰ ਲੈਣ ਲਈ ਹੁਣ ਤੋਂ ਵਧੀਆ ਮੌਕਾ ਨਹੀਂ ਮਿਲਣਾ। ਇੰਟਰਸਟ ਰੇਟ ਬਹੁਤ ਹੀ ਘੱਟ ਹੋ ਗਏ ਨੇ। ਪਰ ਭਾਗਵਾਨ ਨੇ ਕੋਈ ਇਹੋ ਜਿਹਾ ਲੋਨ ਆਫੀਸਰ ਤਾਂ ਮਿਲੇ ਜਿਹੜਾ ਤਸੱਲੀ ਨਾਲ ਸਾਰੀ ਗੱਲ ਸੁਣ ਕੇ ਸਮਝ ਕੇ ਕੰਮ ਕਰਵਾਏ। ਤਾਂ ਫਿਰ ਇਹ ਫੜੋ ਕਾਰਡ ਹਰਦੀਪ ਟਿਵਾਣਾ ਦਾ। ਜੀ ਹਾਂ, ਪਿਛਲੇ 52 ਸਾਲਾਂ ਤੋਂ ਸਰਵਿਸ ਦੇ ਰਹੀ ਅਲਾਮੇਡਾ ਮਾਰਗੇਜ ਕਾਰਪੋਰੇਸ਼ਨ ਦੇ ਲੋਨ ਆਫੀਸਰ ਹਰਜੀਤ ਟਿਵਾਣਾ ਨਵੇਂ ਘਰ ਦਾ ਲੋਨ, ਰੀਫਾਈਨੈਂਸ, ਕੈਸ਼ ਆਊਟ, FHA, VA ਲੋਨ, ਕੈਲੀਫੋਰਨੀਆ, ਇੰਡੀਆਨਾ ਅਤੇ ਵਾਸ਼ਿੰਗਟਨ ਸਟੇਟ ਦੇ ਵਿੱਚ ਹੋਵੇ ਹੋਮ ਲੋਨ ਜਾਂ ਰੀਫਾਈਨੈਂਸ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਹਰਜੀਤ ਟਿਵਾਣਾ ਮਾਰਗੇਜ ਲੋਨ ਆਫੀਸਰ। ਐਡਰੈਸ 7555 ਨਾਰਥ ਫਾਰਮ ਐਵਨਿਊ ਸਵੀਟ 105 ਫ੍ਰੈਜ਼ਨੋ। ਕਾਲ 5593131123 559 313 11 9253446785 टोल फ्री नंबर 1-800-927-0203 NMLS ID हरजीत टवाना 1869553 Alameda Mortgage Corporation 271623 AMC is licensed by the DBO under the CRML Act। ਸਿਹਤ ਸੇਵਾਵਾਂ ਦੇ ਖੇਤਰ 'ਚ ਭਰੋਸੇਮੰਦ ਨਾਂ ਅਮਰੀਕਨ ਫੈਮਿਲੀ ਕੇਅਰ। ਫ੍ਰੈਸਨੋ ਵਿੱਚ ਹੁਣ ਨਵਾਂ ਅਰਜੈਂਟ ਕੇਅਰ ਸੈਂਟਰ ਖੁੱਲ ਚੁੱਕਾ ਹੈ। ਇੱਥੇ ਬਾਏ 에ਅਰ ਟਰੈਵਲਿੰਗ ਲਈ ਜ਼ਰੂਰੀ ਕੋਵਿਡ ਟੈਸਟ ਕਰਵਾਏ ਜਾਂਦੇ ਹੈ ਸੇਮ ਡੇ ਰਿਜ਼ਲਟ ਦੇ ਨਾਲ। DOT ਫਿਜ਼ੀਕਲ ਐਗਜ਼ਾਮਸ ਤੇ DOT ਨਾਨ DOT ਡਰਗ ਟੈਸਟਿੰਗ, ਇੰਪਲੋਇਮੈਂਟ ਤੇ ਸਪੋਰਟ ਫਿਜ਼ੀਕਲਸ, ਅਰਜੈਂਟ ਕੇਅਰ ਸੇਵਾਵਾਂ, ਐਕਸ-ਰੇਜ਼, ਔਨ-ਸਾਈਟ ਲੈਬ, ਫਲੂ ਸ਼ਾਟਸ, ਕਫ, ਕੋਲਡ, ਐਲਰਜੀ, ਵੈਕਸੀਨਸ, ਵੈਲਨੈਸ ਚੈਕਸ, ਲੈਸਰੇਸ਼ਨ ਰਿਪੇਅਰ, ਐਬਡੋਮਿਨਲ ਪੇਨ, fracture, pneumonia, arthritis, skin check, skin abnormalities, UTI ਤੇ STD testing and treatment ਹਰ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਉਪਲਬਧ ਨੇ। ਇੱਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਐਕਸੈਪਟ ਕੀਤੀ ਜਾਂਦੀ ਹੈ। Monday to Friday 8 AM to 8 PM, Saturday Sunday 8 AM to 5 PM। American Family Care, Fresno 3656 West Shah Avenue, Fresno, on West Shah and Marty next to Applebee's। Call 559 550 6701। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਖੁੱਲ ਚੁੱਕਾ ਹੈ ਇੰਡੀਅਨ ਰੈਸਟੋਰੈਂਟ ਦਾਣਾ ਪਾਣੀ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਫੂਡ। ਇਹ ਖੁੱਲੇ ਰਹਿੰਦੇ ਹਨ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਇੱਥੋਂ ਤੁਸੀਂ ਖਾ ਸਕਦੇ ਹੋ ਵੈਜ ਬਿਰਿਆਨੀ, ਚਿਕਨ ਬਿਰਿਆਨੀ, ਲੈਂਬ ਬਿਰਿਆਨੀ, ਚਾਟ ਪਾਪੜੀ, ਆਲੂ ਟਿੱਕੀ, ਗੋਲ ਗੱਪੇ, ਸਾਗ, ਮੱਕੀ ਦੀ ਰੋਟੀ, ਪਾਲਕ ਪਨੀਰ ਅਤੇ ਕੜਾਹੀ ਪਨੀਰ, ਫਿਸ਼ ਪਕੌੜਾ, ਚਿਕਨ ਕਰੀ ਅਤੇ ਤੰਦੂਰੀ ਚਿਕਨ ਵੀ ਖਾ ਸਕਦੇ ਹੋ। ਗੱਲ ਕਰ ਸਕਦੇ ਹੋ 559 900 0013। ਦਾਣਾ ਪਾਣੀ ਇੰਡੀਅਨ ਰੈਸਟੋਰੈਂਟ 3135 ਈਸਟ Central Avenue, Fresno।
ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹਨਾਂ ਅੱਖੀਆਂ ਨਾਲ ਅੱਖੀਆਂ ਨਾ ਮਿਲਦੀਆਂ ਤੇ ਦੱਸ ਕਿੱਦਾਂ ਤੈਨੂੰ ਪਿਆਰ ਕਰਦੇ। ਮੈਂ ਹਾਂ ਤੁਹਾਡੀ ਆਪਣੀ ਰਮਨਦੀਪ ਰਿੰਪੀ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਖਬਰ ਤੇ ਨਜ਼ਰ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਆਓ ਆਪਾਂ ਆਪਣੇ ਜਿਹੜੇ ਕਾਲਰਸ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕਾਲ ਕਰਨ ਦੇ ਲਈ ਸਟੂਡੀਓ 'ਚ ਨੰਬਰ ਹੈ 408 272 5200 4082725200। ਆਪਣੇ ਅੱਜ ਦੇ ਪਹਿਲੇ ਕਾਲਰ ਜੁੜੇ ਨੇ ਜਸਬੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਿੰਟੂ ਜੀ, ਕੁਛ ਨਵੀਆਂ ਖਬਰਾਂ ਆ ਰਹੀਆਂ ਨੇ ਭਾਰਤੀ ਮੀਡੀਆ ਵੱਲੋਂ ਵੀ ਭਾਰਤ ਚਾਈਨਾ ਦੇ ਬਾਰਡਰ ਤੇ ਜਿਹੜੀ 8 ਦੌਰਾਂ ਦੀ ਮੀਟਿੰਗਾਂ ਹੋਈਆਂ ਸਨ, ਉਹ 'ਚ ਕੁਝ ਸਮਝੌਤਾ ਹੋ ਗਿਆ ਵੀ ਦੋਨਾਂ ਮੁਲਕਾਂ ਦੀਆਂ ਫੌਜਾਂ ਆਉਣ ਵਾਲੇ ਕੁਝ ਦਿਨਾਂ 'ਚ ਆਪੋ ਆਪਣੇ ਟਿਕਾਣਿਆਂ 'ਚ ਮੁੜ ਜਾਣਗੀਆਂ, ਜਾਣ ਕੇ ਮਸਲਾ ਹੱਲ ਹੋ ਗਿਆ। ਦੂਜੇ ਪਾਸੇ ਜਦੋਂ ਮੈਂ ਚਾਈਨਾ ਦਾ ਨਿਊਜ਼ ਮੀਡੀਆ ਵੇਖ ਰਿਹਾ ਵੀ ਚਾਈਨਾ ਵੱਲੋਂ ਕਿਹਾ ਜਾ ਰਿਹਾ ਵੀ ਜਿਹੜੇ ਚਾਈਨੀ ਫੌਜੀ ਨੇ ਨਾ ਉਹ 1 ਇੰਚ ਵੀ ਪਿੱਛੇ ਨਹੀਂ ਹਟਣਗੇ, ਜਿਹੜੀਆਂ ਪੋਜੀਸ਼ਨਾਂ ਲਈਆਂ ਨੇ ਉੱਥੇ ਹੀ ਰਹਿਣਗੇ। ਹੁਣ ਸਵਾਲ ਇਹ ਵੀ ਕੀ ਇਹ ਭਾਰਤੀ ਹਾਕਮ ਮੋਦੀ ਦੇ ਫਰੈਂਡ ਟਰੰਪ ਦੇ ਹਾਰ ਜਾਣ ਤੋਂ ਮਗਰੋਂ ਹੀ ਲੜਾਈ ਤੋਂ ਪਾਸਾ ਵੱਟ ਰਹੇ ਨੇ ਜਾਂ ਫਿਰ 1962 ਵਾਲਾ ਨਹਿਰੂ ਵਾਲੇ ਰੋਲ ਅਦਾ ਕਰ ਰਹੇ ਨੇ। ਤੇ ਦੂਜਾ ਮੇਰਾ ਸਵਾਲ ਹੈ ਵੀ ਕੁਝ ਇਹ ਵੀ ਖਬਰਾਂ ਆ ਰਹੀਆਂ ਨੇ ਚਾਈਨਾ ਨੇ ਜਿਹੜਾ ਬ੍ਰਹਮਪੁੱਤਰਾ ਦਰਿਆ ਨਾ ਜਿਹੜਾ ਭਾਰਤ ਨੂੰ ਆਉਂਦਾ ਉਹਨੂੰ ਰੋਕਣ ਵਾਸਤੇ ਇੱਕ ਡੈਮ ਤਿਆਰ ਕਰ ਲਿਆ ਤੇ ਉਹ ਡੈਮ ਤਿਆਰ ਕਰਨ ਦੇ ਨਾਲ ਭਾਰਤ ਨੂੰ ਆਉਂਦਾ ਪਾਣੀ ਰੋਕ ਦਿੱਤਾ ਜਾਏਗਾ। ਵੀ ਜੇ ਇਸ ਤਰ੍ਹਾਂ ਹੋਗਾ ਮੁਸ਼ਕਲ ਹੋ ਜਾਏਗੀ, ਕਿਉਂਕਿ ਤੁਹਾਨੂੰ ਯਾਦ ਹੋਣਾ ਵੀ ਭਾਰਤੀ ਹਾਕਮਾਂ ਨੇ ਵੀ ਪਾਕਿਸਤਾਨ ਦਾ ਪਾਣੀ ਰੋਕਣ ਵਾਸਤੇ ਇਹੋ ਜਿਹੇ ਬਿਆਨ ਦਿੱਤੇ ਸੀ। ਮਿਹਰਬਾਨੀ। ਧੰਨਵਾਦ ਜੀ। ਸਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿਹੜਾ ਮੈਕੋਂਗ ਰਿਵਰ ਦੇਖੋਗੇ ਨਾ ਤੁਸੀਂ, ਬ੍ਰਹਮਪੁੱਤਰ ਨੂੰ ਛੱਡ ਜੀ, ਮੈਕੋਂਗ ਰਿਵਰ ਆ, ਉਹਨੂੰ ਹੁਣੇ ਤੁਸੀਂ ਗੂਗਲ ਤੇ ਸਰਚ ਕਰ ਲਿਓ। ਉਹ ਦੇਖ ਲਓ ਮਿਆਂਮਾਰ, ਲਾਓਸ, ਥਾਈਲੈਂਡ, ਵੀਅਤਨਾਮ, ਕੰਬੋਡੀਆ ਤੱਕ ਜਾਂਦਾ ਹੈ। ਪਰ ਉਹ ਕਿੱਥੋਂ ਨਿਕਲਦਾ? ਉਹ ਨਿਕਲਦਾ ਤਿੱਬਤ ਦੇ ਵਿੱਚ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਉਹ ਬੈਠੇ ਆ ਨਲਕੇ ਤੇ। ਕੱਲਾ ਭਾਰਤ ਹੀ ਨਹੀਂ, ਸਾਊਥ ਏਸ਼ੀਆ ਦੇ ਵਿੱਚ ਬਹੁਤ ਵੱਡੀ ਤਰਫੰਦੀ ਉਹ ਮਚਾ ਸਕਦੇ ਆ ਚਾਈਨਾ ਵਾਲੇ। ਔਰ ਕੱਲਾ ਬ੍ਰਹਮਪੁੱਤਰਾ ਹੀ ਨਹੀਂ, ਮੈਂ ਇਹਦੇ ਤੇ ਰਿਪੋਰਟ ਕਰ ਚੁੱਕਾ। ਮੈਂ ਤੁਹਾਨੂੰ ਤਾਂ ਕਹਿ ਰਿਹਾ, ਬਹੁਤ ਸਾਰੇ ਡੈਮ ਉਹਨਾਂ ਨੇ ਆਲਰੇਡੀ ਕੰਸਟਰਕਟ ਕਰ ਲਏ ਨੇ ਬਹੁਤ ਸਾਰੇ ਦਰਿਆਵਾਂ ਤੇ। ਤਾਂ ਉਹਦੇ ਵਿੱਚੋਂ ਮੈਕੋਂਗ ਰਿਵਰ ਆ, ਹੁਣੇ ਤੁਸੀਂ ਸਰਚ ਕਰ ਲਓ ਸਾਰੇ, ਤੁਹਾਨੂੰ ਪਤਾ ਲੱਗ ਜਾਏਗਾ ਕਿ ਦਰਿਆ ਕਿੰਨੇ ਦੇਸ਼ਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਂਦਾ ਹੈ। ਤਾਂ ਇਹ ਇੱਕ ਜਿੱਦਾਂ ਕਹਿ ਲਓ ਕਿ ਉਹਨਾਂ ਦੀ ਦਹਾਕਿਆਂ ਪਹਿਲਾਂ ਦੀ ਪਾਲਿਸੀ ਸੀਗੀ ਕਿ ਅਸੀਂ ਨਲਕੇ ਦੀ ਹੱਥੀ ਨੂੰ ਹੱਥ ਪਾ ਲਈਏ। ਤਾਂ ਉਹ ਤਿੱਬਤ ਨੂੰ ਹਥਿਆਉਣ ਦੇ ਵਿੱਚ ਤਾਂ ਹੀ ਕਾਮਯਾਬ ਹੋਏ ਸੀ ਕਿਉਂਕਿ ਉਹਨਾਂ ਦੀ ਇੱਕ ਮਨਸ਼ਾ ਸੀਗੀ ਉਹਦੇ ਵਿੱਚ। ਤਾਂ ਰਹੀ ਗੱਲ ਹੁਣ ਇਹ ਜੋ ਕਨਫੈਡਰੇਸ਼ਨ ਚੱਲਦੀ ਸੀਗੀ ਡਿਸਐਂਗੇਜਮੈਂਟ ਬਾਰੇ ਜਿੱਦਾਂ ਖਬਰ ਆਈ ਹੈ, ਦੇਖੋ ਮੈਂ ਤਾਂ ਇੰਡੀਅਨ ਮੀਡੀਆ ਹੀ ਪੜ੍ਹ ਸਕਿਆ। ਮੈਂ ਜਿੱਦਾਂ ਤੁਸੀਂ ਕੋਟ ਕੀਤਾ ਕਿ ਮੈਂ ਚਾਈਨਾ ਦੀਆਂ ਰਿਪੋਰਟਾਂ ਪੜ੍ਹੀਆਂ ਨੇ, ਮੈਂ ਉਹ ਨਹੀਂ ਪੜ੍ਹ ਸਕਿਆ ਸਰਦਾਰ ਜੀ, ਉਹਦੇ ਤੋਂ ਮੈਂ ਇਹਨਾਂ ਦਾ ਯਾਦ ਸਕਿਆ। ਪਰ ਜੇ ਉਹ ਮੀਡੀਆ ਇਹ ਗੱਲ ਕਹਿ ਰਿਹਾ, ਕੰਟਰਾਡਿਕਟ ਕਹਿ ਰਿਹਾ ਕਿ ਅਸੀਂ ਕੋਈ ਵੀ ਐਸਾ ਕਦਮ ਨਹੀਂ ਚੁੱਕਾਂਗੇ, ਤਾਂ ਫਿਰ ਇੰਡੀਆ ਕਿਸ ਬਿਨਾਂ ਤੇ ਕਹਿ ਰਿਹਾ ਸਮਝ ਤੋਂ ਪਰੇ। ਪਰ ਇੱਕ ਚੀਜ਼ ਨਾ ਭੁੱਲਿਓ, ਹਾਲਾਂਕਿ ਤੁਸੀਂ ਕ੍ਰਿਟਿਕ ਹੋ ਸਕਦੇ ਹੋ, ਮੈਂ ਵੀ ਕ੍ਰਿਟਿਕ ਹੋ ਸਕਦਾ ਕਿਸੇ ਵੀ ਚੀਜ਼ ਦਾ। ਤਾਂ ਉਹਦੇ ਵਿੱਚ ਕੀ ਆ ਕਿ ਇੱਕ ਐਡਵਾਂਟੇਜ ਇੰਡੀਆ ਨੂੰ ਮਿਲਿਆ ਸੀ ਜਦ ਇਹਨਾਂ ਨੇ ਜੋ ਪੈਂਗੋਂਗ ਦਾ ਏਰੀਆ ਸੀ ਉਹਦਾ ਸਦਰਨ ਰੀਜਨ ਸੀਗਾ ਜਿਹੜਾ ਉਹ ਹਥਿਆ ਲਿਆ ਸੀਗਾ, ਜਿਹੜਾ ਕਹਿ ਲਓ ਕਿ ਨਾਰਥ ਵਾਲਾ ਸੀਗਾ, ਸਾਊਥ ਵਾਲਾ ਸੀਗਾ, ਦੱਖਣ ਵਾਲਾ ਉਹ ਹਥਿਆ ਲਿਆ ਸੀਗਾ, ਜਿਹੜਾ ਨਾਰਥ ਵਾਲਾ ਸੀਗਾ ਉਹ ਉਹਨਾਂ ਨੇ ਹਥਿਆਇਆ ਹੋਇਆ। ਤਾਂ ਇਹ ਥੋੜ੍ਹਾ ਜਿਹਾ ਐਡਵਾਂਟੇਜ ਲੈ ਗਏ ਸੀਗੇ। ਦੂਜੀ ਚੀਜ਼ ਇਹ ਆ ਕਿ ਜਦ ਤੁਸੀਂ ਫੌਜੀ ਮਸ਼ਕਾਂ ਦੇ ਜਾਣਕਾਰ ਤੋਂ ਕਿਸੇ ਤੋਂ ਵੀ ਇਹ ਗੱਲ ਪੁੱਛੋਗੇ, ਤੁਹਾਨੂੰ ਇੱਕ ਚੀਜ਼ ਬਹੁਤ ਕਾਮਨਲੀ ਮਿਲੇਗੀ ਕਿ ਜਿਹੜੇ ਚਾਈਨੀਜ਼ ਨੇ, ਜਿਹੜੀ ਚਾਈਨੀਜ਼ ਆਰਮੀ ਹੈ ਉਹ ਇੰਨੀ ਜ਼ਿਆਦਾ ਇਸ ਇਲਾਕੇ ਦੇ ਵਿੱਚ ਸਰਦੀਆਂ ਬਾਰੇ ਜਿਵੇਂ ਮੈਂ ਕਹਾਂ ਤਾਂ ਸਰਦੀਆਂ 'ਚ ਉਹ ਇੰਨੀ ਜ਼ਿਆਦਾ ਇੱਥੇ ਕਹਿ ਲਓ ਕਿ ਆਦੀ ਨਹੀਂ ਹੈਗੀ। ਜੇ ਆਪਾਂ ਪੰਜਾਬੀ 'ਚ ਸ਼ਬਦ ਇਸਤੇਮਾਲ ਕਰੀਏ ਤੇ ਉਹ ਕਹਿੰਦੇ ਗਿੱਜੇ ਨਹੀਂ ਹੈਗੇ। ਇਹ ਵੀ ਐਡਵਾਂਟੇਜ ਹੈ ਇੰਡੀਆ।
ਸੋ ਇਹ ਕੁਝ ਐਡਵਾਂਟੇਜ ਹੈਗੇ ਆ। ਹੁਣ ਚਾਈਨੀਜ਼ ਮੀਡੀਆ ਜਿਵੇਂ ਆਪਣੇ ਇੱਥੇ ਇੰਡੀਆ ਦੇ ਵਿੱਚ ਚੱਲਦਾ ਹੈ ਕਿ ਇੱਕ ਪ੍ਰੋਪੇਗੈਂਡਾ ਚਲਾਇਆ ਜਾਂਦਾ ਹੈ, ਇੱਕ ਰਾਜਨੀਤਿਕ ਅਤੇ ਜਿਹੜੀ ਕਿ ਸੱਤਾਧਾਰੀ ਹੁੰਦੀ ਹੈ ਫਾਇਦਾ ਪਹੁੰਚਾਇਆ ਜਾਂਦਾ, ਖਬਰਾਂ ਉਸ ਹਿਸਾਬ ਨਾਲ ਕ੍ਰੀਏਟ ਕੀਤੀਆਂ ਜਾਂਦੀਆਂ। ਤਾਂ ਇਹਦੇ ਨਾਲੋਂ 10 ਗੁਣਾ ਜ਼ਿਆਦਾ ਜਿਹੜਾ ਮੀਡੀਆ ਨਾ ਉਹ ਉੱਥੇ ਕਹਿ ਲਓ ਕਿ ਪ੍ਰੋ ਗਵਰਨਮੈਂਟ ਆ। ਸੋ ਦੋਨਾਂ ਦੇਸ਼ਾਂ ਦਾ ਇਹ ਇੱਕ ਕਾਮਨ ਪੁਆਇੰਟ ਆ ਕਿ ਉੱਥੇ ਤੇ ਚਲੋ ਜਿਸ ਤਰ੍ਹਾਂ ਦਾ ਮੀਡੀਆ ਉੱਥੇ ਤਾਂ ਹੈ ਹੀ ਸਭ ਕੁਝ ਸਰਕਾਰੀ ਆ। ਤਾਂ ਉਹਨਾਂ ਨੇ ਸਰਕਾਰ ਦੇ ਪੱਖ ਦੀ ਉਹ ਗੱਲ ਕਰਨੀ ਹੈ। ਜਦ ਵੀ ਤੁਸੀਂ ਚਾਈਨੀਜ਼ ਮੀਡੀਆ ਨੂੰ ਕੋਟ ਕਰੋ ਤੇ ਇਹ ਗੱਲ ਜ਼ਰੂਰ ਮੱਦੇ ਨਜ਼ਰ ਰੱਖਿਓ ਕਿ ਤਕਰੀਬਨ 99% ਉੱਥੋਂ ਦਾ ਮੀਡੀਆ ਉਹੀ ਚੀਜ਼ ਕਰੇਗਾ ਜੋ ਸਰਕਾਰ ਦੇ ਪੱਖ ਦੀ ਹੈ। ਜੀ ਜੀ, ਆਪਾਂ ਅਗਲੇ ਕਾਲਰ ਉਹਨਾਂ ਨਾਲ ਜਿਹੜੇ ਜੀ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਦੀਪਿੰਦਰ ਜੀ। ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ। ਆਪਣਾ ਮਿੰਟੂ ਜੀ, ਮੈਂ ਤੁਹਾਨੂੰ ਆਪਣਾ ਜਿਹੜੀਆਂ ਆਪਣੀ ਮਾਰਕੀਟ ਕਮੇਟੀ ਦੀਆਂ ਫੀਸਾਂ ਹੁੰਦੀਆਂ ਇਹਦੇ ਬਾਰੇ ਪੁੱਛਣਾ ਸੀਗਾ। ਮੈਂ ਜੇ ਤੁਹਾਡੇ ਕੋਲੇ ਕੋਈ ਰਿਪੋਰਟ ਆ ਜਾਂ ਤੁਸੀਂ ਕਦੇ ਕੋਈ ਕੀਤੀ ਹੈ ਜਿਹੜੀ ਆਪਣੀ ਫਸਲਾਂ ਤੇ ਲੱਗਦੀ ਹੈ, ਇਹ ਮੈਂ ਸੁਣਿਆ ਵੀ ਹੁਣ ਥੋੜੀ ਜਿਹੀ ਘਟੀ ਹੈ। ਪੰਜਾਬ ਦੀ ਜਿਹੜੀ ਫੀਸ ਸੀਗੀਆਂ ਮਾਰਕੀਟ ਫੀਸ ਸੀਗੀ ਇਹ ਨਾਲ ਦੇ ਰਾਜਾਂ ਨਾਲੋਂ ਕਾਫੀ ਜ਼ਿਆਦਾ ਹੁੰਦੀ ਸੀਗੀ। ਤੇ ਦੂਜੀ ਗੱਲ, ਉਹ ਮੈਂ ਇੱਕ ਰਿਪੋਰਟ ਹੀ ਜਿਹੜੀ ਮੈਂ ਕਿਸੇ ਦੀ ਇੰਟਰਵਿਊ ਸੁਣ ਰਿਹਾ ਸੀਗਾ, ਉਹ ਕਹਿੰਦੇ ਖਾਸ ਕਰਕੇ ਪਸ਼ੂਆਂ ਦੀ ਜਿਹੜੀ ਮੰਡੀ ਲੱਗਦੀ ਆ ਇਹਦੇ ਤੇ ਪਿੱਛੇ ਜੇ ਤੋਂ ਲੈ ਕੇ ਪਿਛਲੇ ਅਕਾਲੀਆਂ ਦੇ ਟਾਈਮ ਤੋਂ ਸ਼ੁਰੂ ਹੋ ਗਿਆ, ਬਹੁਤ ਜ਼ਿਆਦਾ ਇਹਨਾਂ ਨੇ ਪੈਸੇ ਲਾਉਣ ਲੱਗ ਗਏ। ਕਹਿੰਦੇ ਪਹਿਲਾਂ ਪਤਾ ਨਹੀਂ 1400-1500 ਰੁਪਇਆ ਹੁੰਦਾ ਸੀ, ਮੈਨੂੰ ਤਾਂ ਉਹ ਵੀ ਬਹੁਤ ਜ਼ਿਆਦਾ ਲੱਗਦਾ। ਕਹਿੰਦੇ ਹੁਣ ਤਾਂ 2500-2600 ਰੁਪਇਆ ਇੱਕ ਪਸ਼ੂ ਮਗਰ ਲੱਗਦਾ। ਇਹ 'ਚ ਕਹਿੰਦੇ ਸਰਕਾਰ ਕਰੋੜਾਂ ਰੁਪਏ ਕਮਾ ਰਹੀ ਹੈ। ਖਾਸ ਕਰਕੇ ਤੁਹਾਡੇ ਉਹ ਏਰੀਏ ਦਾ ਜਥੇਦਾਰ ਦਾ ਮੁੰਡਾ ਕਹਿੰਦੇ ਵਾਹਵਾ ਠੇਕੇ ਠੁਕੇ ਲੈਂਦਾ ਸੀਗਾ ਜੀ। ਨਹੀਂ, ਹੁਣ ਤਾਂ ਸਰਕਾਰ ਹੀ ਨਹੀਂ ਰਹੀ। ਜਿੱਧਰ ਗਏ ਬਾਣੀ ਉੱਧਰ ਗਏ ਬਾਜ਼ਾਰ। ਤੇ ਉਹ ਇਹਨਾਂ ਨੇ ਕੀਤਾ ਸੀਗਾ ਪਸ਼ੂ ਮੰਡੀਆਂ ਦਾ ਕਹਿ ਲਓ ਵਪਾਰੀਕਰਨ ਕੀਤਾ ਸੀਗਾ। ਮੈਂ ਖੁਦ ਪਸ਼ੂ ਮੰਡੀਆਂ 'ਚ ਗਿਆ ਨਿੱਕਾ ਹੁੰਦਾ, ਜਦੋਂ ਮੇਰਾ ਬਾਪ ਜਿਉਂਦਾ ਹੁੰਦਾ ਸੀਗਾ। ਤੇ ਇੱਕ ਵਾਰੀ ਅਸੀਂ ਮੱਝ ਵੇਚਣੀ ਸੀ, ਮੈਨੂੰ ਯਾਦ ਆ ਕਿ 14 ਕਿਲੋਮੀਟਰ ਤੋਰ ਕੇ ਲੈ ਕੇ ਗਏ ਸੀ। ਮੱਝ ਵੀ ਤੋਰ ਕੇ ਲੈ ਕੇ ਗਏ ਸੀ ਤੇ ਅਸੀਂ ਵੀ ਤੁਰ ਕੇ ਨਾਲ ਗਏ ਸੀਗੇ। ਤਾਂ ਉਸ ਟਾਈਮ ਇਹ ਚੀਜ਼ਾਂ ਨਹੀਂ ਸੀ, ਪਰਚੀਆਂ ਵਗੈਰਾ ਨਹੀਂ ਸੀ ਕੱਟੀਆਂ ਜਾਂਦੀਆਂ। ਹਾਂ, ਕੋਈ ਰੁਪਈਆ 2 ਰੁਪਈਏ ਉਸ ਟਾਈਮ ਕੋਈ ਹੋਵੇ ਤੇ ਮੈਨੂੰ ਪਤਾ ਨਹੀਂ, ਪਰ ਮੇਰੇ ਸਾਹਮਣੇ ਐਸਾ ਕੁਛ ਨਹੀਂ ਵਾਪਰਿਆ, ਨਾ ਮੈਂ ਉਦੋਂ ਸੁਣਿਆ। ਸਾਡੇ ਇੱਥੇ ਡੱਬ ਵਾਲੀ ਮੰਡੀ ਦੇ ਵਿੱਚ ਪਸ਼ੂ ਮੰਡੀ ਬਹੁਤ ਵੱਡੀ ਲੱਗਦੀ ਆ। ਉੱਥੇ ਮਾਫੀਆ ਅੱਜ ਤੋਂ, ਕਿਉਂਕਿ ਮੈਂ ਲੰਬੀ ਦੇ ਵਿੱਚ 5-6 ਸਾਲ ਰਿਪੋਰਟਿੰਗ ਕੀਤੀ ਆ, ਸਿੰਗਰ ਸੀਗਾ ਮੈਂ ਕਿਸੇ ਅਖਬਾਰ ਵਾਸਤੇ। ਤਾਂ ਉੱਥੇ ਉਹ ਜਿਹੜੀ ਲੱਗਦੀ ਆ ਡੱਬ ਵਾਲੀ ਮੰਡੀ, ਉਦੋਂ ਉੱਥੇ ਅੱਜ ਤੋਂ ਮੈਂ ਤੁਹਾਨੂੰ 8-10 ਸਾਲ ਪਹਿਲਾਂ ਦਾ ਦੱਸਦਾ ਸੁਣਾ ਲਈਏ, ਉਦੋਂ ਇਹ ਸਭ ਕੁਛ ਚੱਲ ਪਿਆ ਸੀ ਜਾਨੀ ਅਕਾਲੀ ਭਾਜਪਾ ਸਰਕਾਰ ਦੇ। ਤਾਂ ਜਦੋਂ ਵਪਾਰੀਕਰਨ ਹੋ ਜਾਂਦਾ, ਕਰੋੜਾਂ ਰੁਪਈਆ ਸਰਕਾਰ ਵੀ ਕਮਾਉਂਦੀ ਆ ਤੇ ਜਿਹੜੇ ਹੇਠਲੇ ਪੱਧਰ ਤੇ ਇਸ ਤਰ੍ਹਾਂ ਦੇ ਹੁੰਦੇ ਆ ਗਰੁੱਪ, ਉਹ ਵੀ ਕਮਾਉਂਦੇ ਆ, ਚਾਹੇ ਉਹ ਸ਼ਰਾਬ ਦੇ ਠੇਕੇ ਹੋਣ, ਚਾਹੇ ਪਸ਼ੂ ਮੰਡੀਆਂ ਦੇ ਠੇਕੇ ਹੋਣ। ਸਾਡੀਆਂ ਕਿਸਾਨ ਜਥੇਬੰਦੀਆਂ ਕੈਪਟਨ ਅਮਰਿੰਦਰ ਸਿੰਘ ਦੀ ਸੰਗੀ ਤੇ ਇਹ ਗੁੱਠਾ ਕਿਉਂ ਨਹੀਂ ਰੱਖਦੀਆਂ? ਤੁਸੀਂ ਸਵਾਲ ਉਹਨਾਂ ਨੂੰ ਵੀ ਕਰੋ ਕਿ ਹੁਣ ਤੇ ਮੌਕਾ ਕੈਪਟਨ ਅਮਰਿੰਦਰ ਸਿੰਘ ਭੱਜਿਆ ਆਊਗਾ, ਉਹਨੂੰ ਕਹੋ ਕਿ ਜੋ ਤੇਰੇ ਪੱਧਰ ਤੇ ਫੈਸਲੇ ਲੈਣ ਵਾਲੇ ਆ ਤੂੰ ਕਿਉਂ ਨਹੀਂ ਲੈਂਦਾ? ਠੀਕ ਹੈ ਨਾ। ਦੂਜੀ ਚੀਜ਼ ਜਿਹੜੀ ਇਹਨਾਂ ਨੇ ਕਹੀ ਆ, ਮੇਰੇ ਮਨ 'ਚ ਕੀ ਆ, ਜੇ ਤੁਹਾਨੂੰ ਯਾਦ ਹੋਵੇ ਰਾਜਕਰਨ ਮਾਰਕੀਟ ਕਮੇਟੀ ਦੀਆਂ ਫੀਸਾਂ ਦੀ ਮਾਰਕੀਟ ਕਮੇਟੀ ਨਹੀਂ ਉਹ ਹਾਂ ਬਿਲਕੁਲ ਤੁਲਨਾਤਮਕ ਤੌਰ ਤੇ ਜੇ ਤੁਸੀਂ ਦੇਖੋ ਕਿ ਦੂਸਰੇ ਰਾਜ ਕਿਹੜੇ ਆ, ਸਾਰਾ APMC ਵਾਲਾ ਸਿਸਟਮ ਹੈ ਜਿਹੜਾ ਪੰਜਾਬ ਤੇ ਹਰਿਆਣੇ ਦੇ ਵਿੱਚ ਆ। ਤਾਂ ਜਦੋਂ ਤੁਸੀਂ ਤੁਲਨਾ ਕਰੋਗੇ ਹਰਿਆਣੇ ਦੇ ਨਾਲ ਹੀ ਕਰੋਗੇ, ਉਹਨਾਂ ਦਾ 6.5% ਬਣਦਾ, ਕੁੱਲ ਸਾਡਾ 8.5% ਬਣਦਾ, 2% ਦਾ ਫਰਕ। ਪਰ ਤੁਸੀਂ ਇਹ ਵੀ ਵੇਖੋ ਨਾ ਕਿ ਜਦੋਂ ਤੋਂ ਪ੍ਰਤਾਪ ਸਿੰਘ ਕੈਰੋਂ ਦਾ ਇੱਕ ਐਰਾ ਖਤਮ ਹੁੰਦਾ, ਉਸ ਤੋਂ ਬਾਅਦ ਸਾਡਾ ਜਿਹੜਾ ਮੰਡੀਕਰਨ ਸਿਸਟਮ ਹੋਣ ਦੇ ਵਿੱਚ ਆਉਂਦਾ, ਅਸੀਂ ਪਿੰਡਾਂ ਦੇ ਵਿੱਚ ਜਿਹੜਾ ਜਾਲ ਬਣਾਇਆ ਸੜਕਾਂ ਦਾ, ਉਹ ਇਹਨਾਂ ਟੈਕਸਾਂ ਦੇ ਨਾਲ ਹੀ ਬਣਾਇਆ। ਜੋ ਸਾਡੇ ਪਹਿਲਾਂ ਵਾਟਰ ਵਰਕਸ ਉਸਰੇ ਸੀਗੇ, ਉਹ ਇਹਨਾਂ ਪੈਸਿਆਂ ਨਾਲ ਹੀ ਉਸਰੇ ਸੀਗੇ। ਬਹੁਤ ਕੁਛ ਕੀਤਾ ਗਿਆ ਇਸ ਪੈਸੇ ਦੇ ਨਾਲ। ਹਾਂ ਠੀਕ ਹੈ, 1% 2% ਦਾ ਫਰਕ ਆ। ਇਹਦੇ 'ਚ ਕੀ ਆ ਕਿ ਮੇਰੇ ਖਿਆਲ ਦੇ ਨਾਲ 3.5% ਆ ਜਿਹੜਾ ਉਹ ਮਾਰਕੀਟ ਫੀਸ ਆ, ਜਿਹੜੀ ਤੁਸੀਂ ਮੰਡੀ ਦੀ ਗੱਲ ਕੀਤੀ ਆ, ਕੁਛ 2.5% ਆੜਤ ਆ, ਇਸ ਤੋਂ ਇਲਾਵਾ ਕੁਛ ਹੋਰ ਆ। ਸੋ ਇਹ ਰੂਰਲ ਡਿਵੈਲਪਮੈਂਟ ਟੈਕਸ ਜਿਹਨੂੰ RDF ਆਪਾਂ ਕਾਫੀ ਉਹਦਾ ਚਰਚਾ ਵੀ ਕੀਤਾ ਨਾ। ਤਾਂ ਉਹ ਇਸ ਤਰ੍ਹਾਂ ਦੇ 3 ਟੈਕਸ ਆ ਜਿਹੜੇ ਕੁੱਲ ਮਿਲਾ ਕੇ 8.5% ਬਣਦੇ ਆ ਮੇਰੇ ਜਾਚੇ। ਹਾਲਾਂਕਿ ਐਗਜ਼ੈਕਟ ਫਿਗਰ ਨਹੀਂ ਯਾਦ ਹੁੰਦੇ, ਤੁਸੀਂ ਯਕਦਮ ਸਵਾਲ ਕੱਢਣਾ ਹੁੰਦਾ, ਮੇਰੇ ਵਰਗੇ ਨੇ ਉਹ ਰੀਲ ਜਿਹੜੀ ਉਹ ਪਿਛਾਂ ਨੂੰ ਘੁਮਾਉਣੀ ਹੁੰਦੀ ਆ। ਸੋ ਕੁੱਲ ਮਿਲਾ ਕੇ ਇੰਨਾ ਕੁ ਫਰਕ ਹੈ, ਕੋਈ ਬਹੁਤਾ ਫਰਕ ਨਹੀਂ ਹੈ। ਪਰ ਹਾਂ, ਇੱਕ ਮੈਂ ਚੀਜ਼ ਤੁਹਾਨੂੰ ਦੱਸ ਦਿੰਦਾ ਵਾ ਕਿ ਪੈਸਾ ਬਹੁਤ ਇਕੱਠਾ ਹੁੰਦਾ ਸੀਗਾ। ਉਹ ਪੈਸਾ ਜਿਹੜਾ ਕਿ ਰੂਰਲ ਡਿਵੈਲਪਮੈਂਟ ਵਾਸਤੇ ਖਰਚਿਆ ਜਾਣਾ ਚਾਹੀਦਾ ਸੀਗਾ, ਜਾਂ ਸੜਕੀ ਜਾਲ ਜਿਹੜਾ, ਜਾਂ ਮੰਡੀਆਂ ਦੇ
ਢਾਂਚੇ ਨੂੰ ਵਿਕਸਿਤ ਕਰਨ ਵਾਸਤੇ ਖਰਚਿਆ ਜਾਣਾ ਚਾਹੀਦਾ ਸੀਗਾ। ਉਹ ਨਾ ਅਕਾਲੀਆਂ ਨੇ ਚੰਗੀ ਤਰ੍ਹਾਂ ਇਮਾਨਦਾਰੀ ਨਾਲ ਖਰਚਿਆ, ਨਾ ਇਹਨਾਂ ਨੇ ਖਰਚਿਆ। ਸੰਗਤ ਦਰਸ਼ਨ ਵੀ ਉਸ ਪੈਸੇ ਨਾਲ ਦੇ ਰਹੇ ਆ ਤੇ ਕੈਪਟਨ ਅਮਰਿੰਦਰ ਸਿੰਘ ਦੇ ਵੀ ਮੌਜ ਮੇਲੇ ਉਸੇ ਪੈਸੇ ਨਾਲ ਹੀ ਦੇ ਰਹੇ ਆ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਆਪਣੇ ਨਾਲ ਜੁੜੇ ਹੋਏ ਨੇ ਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਕਰਨਵੀਰ ਜੀ। ਆਵਾਜ਼ ਬਹੁਤ ਘੱਟ ਆ ਰਹੀ ਹੈ ਮੈਨੂੰ, ਤੇ ਚਲੋ ਮੈਂ ਆਪਦਾ ਕੁਐਸਚਨ ਰੱਖ ਦਿੰਦਾ, ਬਾਅਦ ਦੇ ਵਿੱਚ ਮੈਂ ਐਪ ਤੇ ਸੁਣ ਲੂੰਗਾ ਜੀ। ਹਾਂਜੀ ਹਾਂਜੀ, ਮੇਰਾ ਕੁਐਸਚਨ ਮਿੰਟੂ ਜੀ ਤੁਹਾਨੂੰ ਇਹ ਹੈ ਕਿ ਮੇਰੇ ਹਿਸਾਬ ਨਾਲ, ਕਿਉਂਕਿ ਮੇਰੇ ਗਿਆਨ ਦਾ ਘੇਰਾ ਬਹੁਤ ਸੀਮਿਤ ਹੈ, ਅੱਜ ਇਹ ਇੱਕ ਇਤਿਹਾਸਕ ਮੀਟਿੰਗ ਹੋਈ ਹੈ ਜੀ। ਕਿਉਂਕਿ 1984 ਵਾਲੀਆਂ ਜਿਹੜੀਆਂ ਅਕਾਲੀਆਂ ਦੀਆਂ ਮੀਟਿੰਗਾਂ ਉਹ ਵੀ ਮੈਂ ਅੱਖੀਂ ਦੇ ਮਤਲਬ ਕਿ ਵੇਖੀਆਂ ਜੀ। ਉਹ ਮੈਂ ਸਾਰੀ ਸੁਰਤਾ ਮੈਨੂੰ ਉਦੋਂ ਦੀ, ਤੇ ਅੱਜ ਦੀ ਮੀਟਿੰਗ ਜਿਹੜੀ ਇਹ ਮੈਂ ਪਹਿਲੀ ਵਾਰ ਕਿਸਾਨਾਂ ਦੇ ਨਾਲ ਕਿਸੇ ਸਰਕਾਰ ਦੀ ਮੀਟਿੰਗ ਹੁੰਦੀ ਅੱਜ ਦੇਖੀ ਆ, ਔਰ ਜਿਹਦੀਆਂ ਨਜ਼ਰਾਂ ਸਾਰੀ ਦੁਨੀਆ ਦੀਆਂ ਨਜ਼ਰਾਂ ਉਹਦੇ ਤੇ ਲੱਗੀਆਂ ਵੀਆਂ ਸੀ, ਸਣੇ ਪੰਜਾਬੀਆਂ ਦੀਆਂ, ਹਿੰਦੁਸਤਾਨੀਆਂ ਦੀ, ਇੱਥੋਂ ਤੱਕ ਕਿ ਪਾਕਿਸਤਾਨੀਆਂ ਦੀਆਂ ਵੀ। ਤੇ ਦੂਜੀ ਗੱਲ, ਇਹ ਪਹਿਲੀ ਮੀਟਿੰਗ ਹੋਈ ਹੈ ਜਿਹੜੀ ਇੱਕ ਆਮ ਲੋਕਾਂ ਦੀ ਇੱਕ ਸਰਕਾਰ ਨਾਲ ਮੀਟਿੰਗ ਹੋਈ ਹੈ। ਤੇ ਤੀਜੀ ਇਤਿਹਾਸਕ ਗੱਲ ਇਹ ਹੋਈ ਹੈ ਵੀ ਅੱਜ ਤੱਕ ਮੋਦੀ ਨੇ ਜਿੰਨੇ ਵੀ ਆਪਦੇ ਮਤਲਬ ਕਿ ਜਿਹੜੇ ਹੈਂਕੜ ਨਾਲ ਜਿਹੜੇ ਫੈਸਲੇ ਲਾਗੂ ਕੀਤੇ ਉਹ ਕਿਤੇ ਨਹੀਂ ਝੁਕਿਆ। ਜੇ ਕਿਸੇ ਨੂੰ ਗੱਲਬਾਤ ਲਈ ਬੁਲਾਇਆ ਤਾਂ ਪਹਿਲੀ ਵਾਰ ਜਾਂ ਪੰਜਾਬੀਆਂ ਨੂੰ ਕਹੇ, ਕਿਸਾਨਾਂ ਨੂੰ ਜਾਂ ਆਮ ਬੰਦੇ, ਪਹਿਲੀ ਵਾਰ ਉਹਦੀ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਗੱਲ ਕੀਤੀ ਹੈ ਜੀ। ਮੇਰੇ ਵਾਸਤੇ ਮੈਨੂੰ ਲੱਗਦਾ ਵੀ ਇਹ ਬਹੁਤ ਇਤਿਹਾਸਕ ਦਿਨ ਆ। ਤੁਸੀਂ ਇਹਦੇ ਤੇ ਟਿੱਪਣੀ ਕਰਿਓ ਜੀ। ਤੇ ਇੱਕ ਮੈਂ ਕੁਐਸਚਨ ਇਹ ਸੀਗਾ ਵੀ ਤੁਸੀਂ ਯੂਨੀਵਰਸਿਟੀ ਦੀ ਗੱਲ ਕੀਤੀ ਹੈ ਵੀ ਭਾਵੇਂ ਹੁਣ ਅਕਾਲੀ ਭਾਵੇਂ ਹੁਣ ਕਾਂਗਰਸੀ, ਇਹ ਜਿਹੜੀਆਂ ਇਹੋ ਜਿਹੀਆਂ ਸੰਸਥਾਵਾਂ ਉਹਨਾਂ ਨੂੰ ਇਹ ਖੁਦ ਸਾਡੇ ਪੰਜਾਬ ਦੇ ਲੀਡਰ ਹੀ ਮਗਰੋਂ ਲਾਉਣ ਨੂੰ ਫਿਰਦੇ ਆ ਵੀ ਇਹ ਖਰਚਾ ਦੇਣਾ ਪੈਂਦਾ। ਔਰ ਇੱਕ ਸੰਘਰਸ਼ ਇਹ ਵੀ ਹੋਣਾ ਚਾਹੀਦੀਆਂ ਵਾ ਜਿਹੜੀਆਂ ਸਾਡੀਆਂ ਇਹੋ ਜਿਹੀਆਂ ਸੰਸਥਾਵਾਂ ਸਣੇ ਸਾਡਾ ਮੰਡੀਕਰਨ ਬੋਰਡ ਜਾਂ ਪਨਸਪ ਜਾਂ ਸਾਡੇ ਇਸ ਤਰ੍ਹਾਂ ਦੇ ਜਿਹੜੇ ਮਹਿਕਮੇ ਖੇਤੀ ਨਾਲ ਸੰਬੰਧਿਤ, ਉਹਨਾਂ ਨੂੰ ਬਚਾਉਣ ਵਾਸਤੇ ਇੱਕ ਪੰਜਾਬ ਸਰਕਾਰ ਦੇ ਅਗੇਂਸਟ ਵੀ ਇੱਕ ਐਜੀਟੇਸ਼ਨ ਚੱਲਣੀ ਚਾਹੀਦੀ ਹੈ ਜੀ। ਧੰਨਵਾਦ ਜੀ। ਥੈਂਕ ਯੂ ਜੀ, ਮਿਹਰਬਾਨੀ। ਤੁਹਾਡੀਆਂ ਦੋਨੇ ਗੱਲਾਂ ਬੜੀਆਂ ਖੂਬਸੂਰਤ ਨੇ। ਦੇਖੋ ਸਰਦਾਰ ਜੀ, ਗੱਲ ਵਾਕਿਆ ਤੁਹਾਡੀ ਸਹੀ ਹੈ ਕਿ ਪੰਜਾਬ ਯੂਨੀਵਰਸਿਟੀ ਨਹੀਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਖਤਮ ਹੋਣ ਦੇ ਕਗਾਰ ਤੇ ਆ। ਉਹਦੇ ਬਰੋਬਰ ਸਪੋਰਟਸ ਯੂਨੀਵਰਸਿਟੀ ਖੋਲੀ ਜਾ ਰਹੀ ਹੈ, ਜਦ ਕਿ ਉਹਦਾ ਖੇਡ ਵਿੰਗ ਬਹੁਤ ਆਲਾ ਸੀਗਾ। ਫਿਰ ਉੱਥੇ ਓਪਨ ਯੂਨੀਵਰਸਿਟੀ ਖੋਲ ਦਿੱਤੀ ਗਈ, ਜਦ ਕਿ ਓਪਨ ਐਜੂਕੇਸ਼ਨ ਦਾ ਉਹਨਾਂ ਦਾ ਪ੍ਰੋਗਰਾਮ ਬਹੁਤ ਆਲਾ ਸੀਗਾ। ਉਹ ਯੂਨੀਵਰਸਿਟੀ ਦੇ ਵਿੱਚ ਕੋਈ ਤਨਖਾਹ ਲਈ ਤਰਸ ਰਿਹਾ ਹੈ, ਕੋਈ ਭੱਤਿਆਂ ਲਈ ਤਰਸ ਰਿਹਾ, ਕੋਈ ਪੈਨਸ਼ਨ ਲਈ ਤਰਸ ਰਿਹਾ, ਤੇ ਬਰੋਬਰ ਯੂਨੀਵਰਸਿਟੀ ਖੋਲੀ ਜਾ ਰਹੀ ਹੈ 500 ਕਰੋੜ ਦੀ ਲਾਗਤ ਦੇ ਨਾਲ। ਸਮਝ ਸਕਦੇ ਹੋ ਨਾ ਕਿ ਕਿਸ ਤਰ੍ਹਾਂ ਦੀ ਯੋਜਨਾਬੰਦੀ ਲੈ ਕੇ ਅੱਗੇ ਵੱਧ ਰਹੇ ਹਾਂ। ਬਿਲਕੁਲ ਚੰਡੀਗੜ੍ਹ ਦੀ ਯੂਨੀਵਰਸਿਟੀ ਵੀ ਠੀਕ ਉਸੇ ਤਰ੍ਹਾਂ ਕਿ ਨਾ ਇਹਦੇ ਤੇ ਇਹਨਾਂ ਦੀ, ਚਾਹੇ ਉਹ ਅਕਾਲੀ ਹੋਣ ਚਾਹੇ ਕਾਂਗਰਸੀ ਹੋਣ, ਇਹਨਾਂ ਨੇ ਬਹੁਤ ਜ਼ਿਆਦਾ ਰੁੱਖਾਪਣ ਅਖਤਿਆਰ ਕੀਤਾ। ਠੀਕ ਹੈ, ਇਹਨਾਂ ਦੀਆਂ ਕੋਠੀਆਂ ਹੈਗੀਆਂ ਚੰਡੀਗੜ੍ਹ ਦੇ ਵਿੱਚ, ਮੋਹਾਲੀ ਦੇ ਵਿੱਚ ਵੀ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਸਾਡੇ ਜਜ਼ਬਾਤ ਜੁੜੇ ਆ, ਸਾਡੇ ਜਜ਼ਬਾਤ ਜੁੜੇ ਆ। ਜਿਹੜਾ ਕੋਈ ਗ੍ਰੈਜੂਏਟ ਆ ਨਾ ਉਸ ਯੂਨੀਵਰਸਿਟੀ ਦਾ, ਉਹਨੂੰ ਇੱਕ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ PU ਦੇ ਵਿੱਚੋਂ ਗ੍ਰੈਜੂਏਟ ਹਾਂ। ਸਾਡਾ ਉਹ ਮਾਣ ਟੁੱਟਣਾ ਨਹੀਂ ਚਾਹੀਦਾ। ਸਾਡੀ ਹਿੱਕ ਦੇ ਉੱਤੇ ਬਣੀ ਆ ਉਹ ਚੰਡੀਗੜ੍ਹ ਦੀ ਯੂਨੀਵਰਸਿਟੀ, ਸਾਡੀ ਹਿੱਕ ਦਾ ਵਾਲ ਆ। ਅਸੀਂ ਇਸ ਤਰ੍ਹਾਂ ਨਹੀਂ ਛੱਡ ਸਕਦੇ। ਤਾਂ ਜੇ ਇਹ ਨਹੀਂ ਸਾਥ ਦੇਣਗੇ ਤਾਂ ਪੰਜਾਬੀ ਜਿੰਨੇ ਕੁਝ ਹੋ ਕੇ ਲੜਨਗੇ, ਹਾਰ ਜਿੱਤ ਜਿਹੜੀ ਆ ਉਹ ਚਲੋ ਵਕਤ ਦੇ ਆਪਾਂ ਤਕਾਜ਼ੇ ਤੇ ਛੱਡ ਦਿੰਦੇ ਹਾਂ। ਜਿਹੜੀ ਤੁਸੀਂ ਗੱਲ ਕਹੀ ਆ, ਵਾਕਿਆ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ 6-7 ਸਾਲ ਦੇ ਇਤਿਹਾਸ ਦਾ ਇੱਕ ਮਰਹਲਾ ਹੈ। ਨਰਿੰਦਰ ਮੋਦੀ ਦੇ ਮੰਤਰੀ ਤੇ ਉਸ ਵੇਲੇ ਨਹੀਂ ਸਨ ਮਿਲੇ ਜਦ ਤਮਿਲਨਾਡੂ ਦੇ ਫਾਰਮਰਸ ਨੇ ਆ ਕੇ ਪਿਸ਼ਾਬ ਪੀਤਾ ਸੀ ਆਪਦਾ। ਯਾਦ ਹੋਣਾ ਤੁਹਾਨੂੰ, ਹੁਣੇ ਯਾਦ ਆ ਗਿਆ ਹੋਣਾ ਤੁਹਾਨੂੰ, ਜਦੋਂ ਨਰਮੁੰਡ ਲੈ ਕੇ ਆਏ ਸੀਗੇ ਆਪਣੇ ਸਾਥੀਆਂ ਦੇ ਜਿਹੜੇ ਕੰਕਾਲ ਹੁੰਦੇ ਆ, ਨਰਮੁੰਡ ਲੈ ਕੇ ਆਏ ਸੀ, ਕੋਈ ਨਹੀਂ ਮਿਲਿਆ ਉਹਨਾਂ ਨੂੰ, ਉਹ ਰਿੜਦੇ ਫਿਰਦੇ ਸੀਗੇ। ਤਾਂ ਇਹ ਪੰਜਾਬੀਆਂ ਦੀ ਵਾਕਿਆ ਸਾਨੂੰ ਮਾਣ ਕਰਨਾ ਚਾਹੀਦਾ, ਆਪਣੇ ਆਪ ਤੇ ਵੀ ਮਾਣ ਕਰਨਾ ਚਾਹੀਦਾ, ਸਾਨੂੰ ਸਾਡੇ ਭੈਣ ਭਰਾਵਾਂ ਤੇ ਵੀ ਮਾਣ ਕਰਨਾ ਚਾਹੀਦਾ ਕਿ ਅਸੀਂ ਇੱਕ ਮੌਕੇ ਤੇ ਨਹੀਂ ਝੁਕਾਇਆ, ਤੀਸਰਾ ਮੌਕਾ ਹੈ ਉਹਨਾਂ ਦਾ, ਔਰ ਗਾਂਹ ਵੀ ਦੇਖੋ ਮੌਕਾ ਬਣੇਗਾ। ਔਰ ਇਸ ਦੇਸ਼ ਦੇ ਵਿੱਚ ਜਦ ਅੱਗੇ ਜਾ ਕੇ ਕਦੇ ਡੈਮੋਕ੍ਰੇਸੀ ਦੀ ਗੱਲ ਚੱਲੇਗੀ, ਹਾਲਾਂਕਿ ਇਸ ਡੈਮੋਕ੍ਰੇਸੀ ਨੂੰ ਮੈਂ ਕਹਿੰਦਾ ਹੁੰਦਾ ਕਿ ਇਹ ਅਰਧ ਡੈਮੋਕ੍ਰੇਸੀ ਆ, ਜਦ ਪੂਰਨ ਡੈਮੋਕ੍ਰੇਸੀ ਹੋਏਗੀ ਕਦੇ ਇਸ ਮੁਲਕ ਦੇ ਵਿੱਚ, ਪਤਾ ਨਹੀਂ ਹੋਏਗੀ ਜਾਂ ਨਹੀਂ, ਜਦ ਪੂਰਨ ਡੈਮੋਕ੍ਰੇਸੀ ਹੋਏਗੀ ਤਾਂ ਜਦ ਇਤਿਹਾਸ ਲਿਖਿਆ ਜਾਏਗਾ ਤਾਂ ਪੰਜਾਬ ਦਾ ਨਾਮ ਹਮੇਸ਼ਾ ਸੁਨਹਿਰੀ ਅੱਖਰਾਂ 'ਚ। ਤਾਂ ਮੇਰੇ ਖਿਆਲ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਵੀ ਜਨਮ ਦਿਨ ਆ, ਤਾਂ ਇਹ ਸਾਡਾ ਜਿਹੜਾ ਪੰਜਾਬ ਹੈ ਇੱਕ ਮਿਸਾਲ ਬਣੇਗਾ ਕਿ ਉਸ ਵੇਲੇ ਵੀ ਇਹ ਝੁਕਿਆ ਨਹੀਂ ਔਰ ਇਹ ਸੱਤਾਵਾਦੀ ਨਹੀਂ ਰਿਹਾ, ਹਮੇਸ਼ਾ ਸੱਤਾਵਾਦੀ ਨਹੀਂ ਰਿਹਾ। ਜਦ UPA ਗਵਰਨਮੈਂਟ ਸੀ
ਤਾਂ ਇੱਥੇ ਅਕਾਲੀਆਂ ਦਾ ਰਾਜ ਸੀਗਾ। ਤਾਂ ਅੱਜ ਉੱਥੇ ਨਰਿੰਦਰ ਮੋਦੀ ਦਾ ਝੰਡਾ ਝੂਲਦਾ ਪੂਰੇ ਇੰਡੀਆ ਦੇ ਵਿੱਚ, ਤਾਂ ਇੱਥੇ ਦੇਖ ਲਓ ਸਰਕਾਰ ਜਿਹੜੀ ਆ ਕਾਂਗਰਸ ਦੀ ਆ। ਸੋ ਇਹ ਵਾਕਿਆ ਮਿਸਾਲ ਹੈ, ਔਰ ਇਹਦੇ ਤੇ ਮਾਣ ਕਰਨਾ ਚਾਹੀਦਾ। ਠੀਕ ਆ, ਕਿਸਾਨ ਆਗੂ ਵਿਕੇ ਆ, ਪਰ ਅੱਜ ਕਿਸਾਨ ਆਗੂਆਂ ਤੇ ਵੀ ਇੰਨਾ ਪ੍ਰੈਸ਼ਰ ਆ ਕਿ ਉਹ ਸਾਹ ਵੀ ਜੇ ਲੈ ਨਾ ਤਾਂ ਸੋਚ ਕੇ ਲੈਂਦੇ ਆ ਕਿ ਯਾਰ ਜੇ ਕਿਤੇ ਪੁੱਠਾ ਸਿੱਧਾ ਲੈ ਲਿਆ ਨਾ ਕੰਮ ਖਰਾਬ ਨਾ ਹੋ ਜਾਵੇ। ਤਾਂ ਇਹ ਲੋਕਾਂ ਦਾ ਦਬਾਅ ਆ, ਲੋਕਾਂ ਦਾ ਨਹੀਂ, ਇਸ ਪੰਜਾਬ ਦੀ ਮਿੱਟੀ ਦੇ ਖਾਤੇ ਦਾ ਦਬਾਅ ਆ। ਯਾਨੀ ਇਹਦੀ ਇੱਕ ਵਿਸ਼ੇਸ਼ਤਾ ਹੈ, ਇੱਕ ਵਿਰਾਸਤ ਹੈ, ਇੱਕ ਇਤਿਹਾਸ ਆ, ਉਹੀ ਬੋਲ ਰਿਹਾ ਹੈ। ਜੀ ਜੀ। ਅਗਲੇ ਆਪਣੇ ਨਾਲ ਕਾਲਰ ਜੁੜੇ ਨੇ ਜੀ, ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਉਹ ਮੈਂ ਇਹ ਪੁੱਛਦਾ ਕਿ ਜਿਹੜਾ ਬਿਹਾਰ ਦੇ ਵਿੱਚ ਇਲੈਕਸ਼ਨਾਂ ਹੋਈਆਂ ਤੇ ਉੱਥੇ ਜੇ ਕੁਮਾਰ ਸੀਗਾ ਬੜਾ ਪ੍ਰਮੁੱਖ ਲੀਡਰ, ਉਹ ਜਿੱਤਿਆ ਕਿ ਨਹੀਂ ਜਿੱਤਿਆ, ਕਿੰਨੀਆਂ ਕੁ ਵੋਟਾਂ ਮਿਲੀਆਂ? ਤੇ ਦੂਜੀ ਗੱਲ ਇਹ ਕਿ ਜਿਹੜੇ ਕੁਛ ਵੀ ਨਹੀਂ ਕਰਦੇ ਉਹ ਬੰਦੇ ਜਿੱਤ ਕੇ ਲੱਗਦੇ 420 ਹੋਈ ਲੱਗਦੀ। ਕਈਆ ਕੁਮਾਰੀ ਦੱਸੋ ਜ਼ਰੂਰ ਗੱਲ ਜੀ। ਥੈਂਕ ਯੂ ਜੀ। ਨਹੀਂ, ਕਨ੍ਹਈਆ ਕੁਮਾਰ ਇਲੈਕਸ਼ਨ ਲੜਿਆ ਮੈਨੂੰ ਨਹੀਂ ਪਤਾ ਉਹਦਾ, ਮੈਨੂੰ ਨਹੀਂ ਲੱਗਦਾ ਕਨ੍ਹਈਆ ਖੁਦ ਇਲੈਕਸ਼ਨ ਲੜ ਰਿਹਾ ਸੀਗਾ। ਪਰ ਜਿਹੜੇ ਲੈਫਟਿਸਟ ਨੇ, ਦੇਖੋ ਕਾਮਰੇਡਾਂ ਦੇ ਨਾਲ ਵਿਚਾਰਧਾਰਕ ਮਤਭੇਦ ਤੁਹਾਡੇ ਜਾਂ ਮੇਰੇ ਵੀ ਹੋ ਸਕਦੇ ਆ। ਹਾਲਾਂਕਿ ਕੁਛ ਲੋਕ ਮੈਨੂੰ ਵੀ ਕਾਮਰੇਡ ਹੀ ਕਹਿੰਦੇ ਹੁੰਦੇ ਆ ਜਿਨ੍ਹਾਂ ਦੀ ਵਿਚਾਰਧਾਰਾ ਦੇ ਮੈਂ ਉਲਟ ਹੁੰਦਾ। ਸੋ ਹਣਾ ਇਹ ਚੱਲਦਾ ਹੀ ਆ, ਆਪਣੇ ਪੰਜਾਬੀ ਜਿਹੜੇ ਉਹ ਟੈਗ ਛੇਤੀ ਦੇ ਦਿੰਦੇ ਆ। ਚਲੋ ਕਾਲੇ ਬਹੁਤ ਨੇ ਆਪਾਂ। ਹਾਂ ਜੀ, ਜਿਹੜੇ ਲੈਫਟਿਸਟ ਨੇ ਉੱਥੇ ਉਹਨਾਂ ਨੇ ਬਹੁਤ ਭਾਜੀ ਚੰਗਾ ਪ੍ਰਦਰਸ਼ਨ ਕੀਤਾ ਉੱਥੇ। ਜਿਵੇਂ ਤੁਸੀਂ ਕਾਂਗਰਸ ਦੇ ਮੁਕਾਬਲੇ ਦੇਖੋਗੇ ਉਹਨਾਂ ਨੂੰ, ਤਾਂ ਉਹ 70 ਸੀਟਾਂ ਤੇ ਲੜਦੇ ਨੇ ਤੇ ਸੀਟਾਂ ਜਿੱਤਦੇ ਆ 19। ਇਹ 30 ਤੇ ਲੜੇ ਨੇ ਤੇ ਇਹ ਜਿੱਤ ਗਿਆ ਉੱਥੇ ਮੇਰੇ ਖਿਆਲ ਦੇ ਨਾਲ 18-17। ਆਪਣੇ ਆਪ ਦੇ ਵਿੱਚ ਤੁਸੀਂ ਸਟ੍ਰਾਈਕ ਰੇਟ ਦੇਖੋ ਕਿ ਕਿੰਨੀ ਜ਼ਿਆਦਾ ਜ਼ਬਰਦਸਤ ਹੈ, ਜਦ ਕਿ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਬਿਹਤਰ ਸੀ ਤੇ ਕਾਮਰੇਡ ਮਾਂਝੇ ਗਏ ਸੀਗੇ। ਹਾਲਾਂਕਿ ਇੱਕ ਚੀਜ਼ ਮੈਂ ਨੋਟ ਕੀਤੀ ਹੈ ਕਿ ਕਨ੍ਹਈਆ ਠੀਕ ਹੈ ਗੱਠਜੋੜ ਦਾ ਹਿੱਸਾ ਇਹ ਬਣ ਗਏ ਖੱਬੇ, ਮਹਾਗਠਜੋੜ ਜਿਹਨੂੰ ਆਪਾਂ ਕਹਿੰਦੇ ਆ, ਪਰ ਕਨ੍ਹਈਆ ਨੂੰ ਯੂਜ਼ ਨਹੀਂ ਕੀਤਾ ਉੱਥੇ ਇਹਨਾਂ ਨੇ। ਉਹਦਾ ਇੱਕ ਕਾਰਨ ਸੀ, ਇਹਨਾਂ ਨੂੰ ਇਹ ਲੱਗਦਾ ਸੀਗਾ ਕਿ ਕਨ੍ਹਈਆ ਇੱਕ ਐਸੀ ਆਪਣੀ ਸ਼ਖਸੀਅਤ ਰੱਖਦਾ ਜਿਹਨੂੰ ਦੇਸ਼ ਵਿਰੋਧੀ ਟੈਗ ਦਿੱਤਾ ਗਿਆ। ਜਿਵੇਂ ਮੈਂ ਹੁਣ ਇਹ ਗੱਲ ਕੀਤੀ ਆ ਕਿ ਸਾਡੇ ਪੰਜਾਬੀ ਭਰਾ ਜਾਂ ਸਾਡੇ ਸਿੱਖ ਭਰਾ ਦੇ ਟੈਗ ਦੇਣ ਲੱਗਿਆ, ਕਮੈਂਟ ਮਾਰਦੇ ਆ, ਤਾਂ ਕਨ੍ਹਈਆ ਨੂੰ ਟੈਗ ਕੀ ਮਿਲਿਆ ਪਿਆ ਕਿ ਦੇਸ਼ ਵਿਰੋਧੀ ਆ। ਤਾਂ ਉਹ ਚੀਜ਼ ਜਿਹੜੀ ਆ ਨਾ ਉਹ ਇਹਨਾਂ ਨੂੰ ਡਰਾ ਗਈ। ਮੇਰੇ ਖਿਆਲ ਦੇ ਨਾਲ ਲਾਸ ਹੀ ਇਹਨਾਂ ਨੂੰ ਸਾਧੂ ਹੋਇਆ, ਕਿਉਂਕਿ ਇੱਕ ਤੇ ਇਹਦੇ ਤੋਂ ਕਨ੍ਹਈਆ ਤੋਂ ਡਰ ਕੇ ਇਹਨੂੰ ਯੂਜ਼ ਨਹੀਂ ਕਰ ਸਕੇ। ਮੈਨੂੰ ਲੱਗਦਾ ਕਿ ਜੇ ਕਾਮਰੇਡਾਂ ਨੂੰ ਹੋਰ ਥੋੜ੍ਹੀਆਂ ਜਿਹੀਆਂ ਸੀਟਾਂ ਦਿੱਤੀਆਂ ਹੁੰਦੀਆਂ ਤਾਂ ਉਹ ਬਿਹਤਰ ਪ੍ਰਦਰਸ਼ਨ ਕਰ ਸਕਦੇ ਸੀ। ਦੂਜਾ, ਇਹ ਓਵੈਸੀ ਤੋਂ ਡਰ ਗਏ। ਓਵੈਸੀ ਤੋਂ ਡਰ ਗਏ। ਇੱਕ ਗਾਣਾ ਵੀ ਚੇਤੇ ਹੁੰਦਾ, ਨੀ ਤੂੰ ਜੱਟ ਦੀ ਜੂਨ ਤੋਂ ਡਰ ਗਈ, ਸਾਡੇ ਨਾਲ ਤਾਂ ਤੋੜ ਗਈ, ਇੱਕ ਮੁੰਡੇ ਨੇ ਗੀਤ ਗਾਇਆ ਸੀਗਾ। ਓਵੈਸੀ ਦਾ ਜੇ ਮੰਨ ਲਓ ਇਹ ਸਾਥ ਲੈ ਲੈਂਦੇ, ਹੋਇਆ ਤਾਂ ਉਹੀ ਕੁਛ ਆ ਜਿਹਦੇ ਤੋਂ ਇਹ ਡਰੇ ਸੀ। ਓਵੈਸੀ ਦਾ ਸਾਥ ਲੈ ਲੈਂਦੇ, ਜਾਂ ਜਿਵੇਂ ਸਨ ਆਫ ਮਲਾ ਸੀਗਾ, ਜਾਂ ਉਹ ਛੋਟੀਆਂ ਪਾਰਟੀਆਂ ਲੈ ਲੈਂਦੇ ਨਾਲ, ਤਾਂ ਇਹ ਚੀਜ਼ਾਂ ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਾ ਉੱਥੇ ਪ੍ਰਭਾਵ ਪਾ ਜਾਂਦੀਆਂ। ਅੱਜ ਦੀ ਤਰੀਕ ਦੇ ਵਿੱਚ ਬਿਹਾਰ 'ਚ ਸ਼ਾਇਦ ਸਰਕਾਰ ਕਿਸੇ ਹੋਰ ਦੀ ਹੁੰਦੀ ਹੈ, ਔਰ ਜੇ ਬਿਹਾਰ ਦੇ ਵਿੱਚ ਸਰਕਾਰ ਬਦਲ ਜਾਂਦੀ, ਉਹਦਾ ਇੱਕ ਫਾਇਦਾ ਪੰਜਾਬ ਨੂੰ ਵੀ ਹੋਣਾ ਸੀ ਕਿ ਇੱਕ ਸਟੇਟ ਸਾਡੇ ਨਾਲ ਹੋਰ ਆ ਕੇ ਰਲ ਜਾਂਦਾ। ਜੀ ਜੀ। ਅਗਲੀ ਆਪਾਂ ਜਿਹੜੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਜਾਈਏ ਤਾਂ ਜੁੜੇ ਨੇ ਆਪਣੇ ਨਾਲ ਬਲਬੀਰ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਨਹੀਂ ਹੈ, ਮੇਰੀ ਬੇਨਤੀ ਹੈ ਮਿੰਟੂ ਵੀਰ ਨੂੰ ਵੀ ਕਿਹੜੇ ਉੱਥੇ ਆਪਣੇ ਨਾਕਿਆਂ ਦੇ ਉੱਤੇ ਬੈਠੇ ਆ, ਧਰਨਿਆਂ ਤੇ ਬੈਠੇ ਆ, ਵੀ ਉਹ ਆਪਣੀ ਭੈਣ ਭਰਾ ਹੈ, ਤੇ ਜਿੰਨੇ ਵੀ ਅਸੀਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਰਹਿੰਦੇ ਆ, ਪੰਜਾਬੀ ਰੇਡੀਓ ਨੂੰ ਬਹੁਤ ਦੂਰ ਤੱਕ ਸੁਣਿਆ ਜਾਂਦਾ ਹੈ, ਤੇ ਵੀ ਕਿਉਂ ਨਹੀਂ ਸਾਨੂੰ ਚਾਹੀਦਾ ਵੀ ਉਹਨਾਂ ਆਪਣੇ ਭੈਣ ਭਰਾਵਾਂ ਦੀ ਹੈਲਪ ਕਰਨੀ ਚਾਹੀਦੀ ਹੈ। ਬੇਸ਼ੱਕ ਪੈਸਿਆਂ ਦੇ ਤਰੀਕੇ ਨਾਲ ਨਹੀਂ, ਕੋਈ ਰਾਸ਼ਨ ਦਿਓ, ਕੁਛ ਵੀ ਕਰੋ, ਕਿ ਘੱਟ ਤੋਂ ਘੱਟ ਗੌਰਮੈਂਟ ਨੂੰ ਵੀ ਪਤਾ ਲੱਗੇ ਵੀ ਹਾਂ ਵੀ ਇਹਨਾਂ ਦੇ ਪਿੱਛੇ ਵੀ ਕੋਈ ਹੈਗਾ ਹੈ, ਕਿ ਇਹਨਾਂ ਨੂੰ ਮਰਨ ਨਹੀਂ ਦਿੰਦੇ। ਤੇ ਕੀ ਇਹ ਗੱਲ ਸਹੀ ਰਹੂਗੀ ਵੀ ਜਿਹੜੇ ਉੱਥੇ ਬੈਠੇ ਵਿਚਾਰੇ ਦਿਨ ਪਰ ਰਾਤ, ਤੇ ਅਸੀਂ ਬਾਹਰ ਬੈਠੇ ਹਾਂ, ਦਸਵੰਧ ਦੇ ਤਰੀਕੇ ਨਾਲ ਬੇਸ਼ੱਕ ਕਰੀਏ, ਵੀ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਥੈਂਕ ਯੂ ਜੀ। ਥੈਂਕ ਯੂ। ਕੁਛ ਨਹੀਂ, ਇਹ ਤਾਂ ਸਰਦੀਆਂ ਦੇ ਵਾਸਤੇ ਕੰਬਲ ਹੀ ਦੇ ਰਹੀ ਹੈ ਨਾ। ਆਪਾਂ ਬੱਚਿਆਂ ਨੂੰ, ਜਿੱਦਾਂ ਗਰੀਬ ਬੱਚਿਆਂ ਨੂੰ ਸਰਦੀ ਦੇ ਵਿੱਚ ਸਕੂਲੀ ਯੂਨੀਫਾਰਮ ਦਿੰਦੇ ਆ ਗਰਮ, ਹੈ ਨਾ, ਤਾਂ ਉਸ ਤਰੀਕੇ ਨਾਲ ਉਹਨਾਂ ਨੂੰ ਦੇਣੇ ਚਾਹੀਦੇ ਆ। ਮੈਂ ਖੁਦ ਲੰਘਿਆ 1-2 ਮਰਤਬਾ, ਤੇ ਜ਼ਿਆਦਾਤਰ ਉੱਥੇ ਬਜ਼ੁਰਗ ਬੈਠੇ ਹੁੰਦੇ। ਇੱਕ ਚੀਜ਼ ਮੈਂ ਤੁਹਾਨੂੰ ਦੱਸ, ਕਿਉਂਕਿ ਮੈਂ ਤਾਂ ਹੁਣ ਰਹਿੰਦਾ ਵੀ ਖੇਤਾਂ ਦੇ ਵਿੱਚ ਆ, ਤੇ ਜਦੋਂ ਆਪਾਂ ਲੰਘਦੇ ਹਾਂ ਗਰਾਊਂਡ ਦੇ ਵਿੱਚ, ਉਹ ਦਫ਼ਤਰਾਂ ਵਾਲੇ ਕੰਮ ਤੇ ਹੈ ਨਹੀਂ ਆਪਣੇ, ਨਾ ਹੀ ਆਪਾਂ
ਇੰਨੀ ਅਮੀਰੀ ਭੋਗਦੇ ਆ। ਤਾਂ ਮੈਂ ਜਦ ਵੀ ਲੰਘਿਆ ਉੱਥੋਂ ਉਸ ਟਾਈਮ ਦੇਖਿਆ ਕਿ ਨੌਜਵਾਨਾਂ ਦੀ ਗਿਣਤੀ ਘੱਟ ਸੀ, ਕਿਉਂਕਿ ਵਿਆਹੀ ਦਾ ਟਾਈਮ ਹੋ ਗਿਆ ਨਾ, ਆਪਣੇ ਤੇ ਕਣਕ ਬੀਜੀ ਜਾ ਰਹੀ ਆ। ਉੱਥੇ ਬਜ਼ੁਰਗ ਬੈਠੇ ਨੇ, ਔਰ ਉਹਨਾਂ ਬਜ਼ੁਰਗਾਂ ਦੇ ਚਿਹਰਿਆਂ ਨੂੰ ਮੈਂ ਪੜ੍ਹਿਆ, ਜਿੰਨਾ ਕੁ ਮਤਲਬ ਕਿ ਮੇਰਾ ਜ਼ਿੰਦਗੀ ਦਾ ਤਜਰਬਾ, ਮੈਂ ਤਾਂ ਤੁਹਾਡੇ ਤੋਂ ਛੋਟਾ, ਚਾਹੇ ਉਮਰ 'ਚ ਵੱਡਾ ਵੀ ਹੋਵਾਂ, ਪਰ ਅਕਲ ਦੇ ਪੱਖੋਂ ਛੋਟਾ। ਤਾਂ ਮੈਂ ਚਿਹਰਿਆਂ ਨੂੰ ਪੜ੍ਹਿਆ, ਉਹਨਾਂ ਚਿਹਰਿਆਂ ਤੇ ਨਾ ਇੱਕ ਜਿੱਦਾਂ ਕਹ ਲਓ ਕਿ ਠੀਕ ਆ, ਫਿਕਰ ਹੈ, ਫਿਕਰ ਦੀ ਲਕੀਰ ਹੈ, ਫਿਕਰ ਦੀ ਝੁਰੜੀ ਹੈ, ਪਰ ਇੱਕ ਨਾਲ ਦੀ ਨਾਲ ਜਲਾਉ ਵੀ ਨਜ਼ਰ ਆਉਂਦਾ, ਸੰਘਰਸ਼ ਦਾ, ਜੋਸ਼ ਦਾ ਜਲਾਉ ਵੀ ਨਜ਼ਰ ਆਉਂਦਾ। ਬਿਲਕੁਲ ਸਪੋਰਟ ਕਰਨੀ ਚਾਹੀਦੀ ਹੈ, ਜੋ ਲਿਸਨਰ ਨੇ ਗੱਲ ਕਹੀ ਹੈ ਸਾਰਿਆਂ ਨੂੰ ਨੋਟ ਕਰਨੀ ਚਾਹੀਦੀ ਹੈ। ਤੁਸੀਂ ਕਰ ਸਕਦੇ ਹੋ ਵੱਖ-ਵੱਖ ਤਰੀਕਿਆਂ ਨਾਲ, ਪੈਸਾ ਹੀ ਨਹੀਂ ਜ਼ਰੂਰੀ ਕਿ ਫੰਡਿੰਗ ਭੇਜੀ ਜਾਵੇ। ਫੰਡਿੰਗ ਭੇਜਣ ਲੱਗਿਆ ਵੀ 1 ਨੰਬਰ ਦਾ ਰਾਹ ਅਖਤਿਆਰ ਕਰਿਓ, ਕਿਉਂਕਿ 2 ਨੰਬਰ ਦੀ ਫੰਡਿੰਗ ਜਿੱਦਾਂ ਆਪਾਂ ਹਵਾਲਾ ਵਗੈਰਾ ਚੱਲਦਾ ਇੱਥੇ ਇੰਡੀਆ ਦੇ ਵਿੱਚ, ਜੇ ਇੱਦਾਂ ਕਰੋਗੇ ਤਾਂ ਉਹਨਾਂ ਵਾਸਤੇ ਹੀ ਆ। 1 ਨੰਬਰ ਦੇ ਵਿੱਚ ਜੇ ਤੁਸੀਂ ਡਾਇਰੈਕਟਲੀ ਉਹਨਾਂ ਨੂੰ ਸਪੋਰਟ ਕਰਦੇ ਹੋ, ਇੱਕ ਤੇ ਇਹ ਆ ਕਿ ਠੀਕ ਹੈ ਉਹਨਾਂ ਕੋਲ ਸਹੂਲਤਾਂ ਵਧੀਆ ਹੋਣਗੀਆਂ, ਲੰਗਰ ਪਾਣੀ ਵਧੀਆ ਲੱਗ ਸਕਦਾ, ਉਹਨਾਂ ਦਾ ਚੱਲ ਸਕਦਾ। ਇਸ ਤੋਂ ਇਲਾਵਾ ਇੱਕ ਮੋਰਲ ਸਪੋਰਟ ਵੀ ਹੁੰਦੀ ਆ, ਇਹ ਵੀ ਇੱਕ ਬਹੁਤ ਵੱਡੀ ਗੱਲ ਆ। ਸਾਡੇ ਬਜ਼ੁਰਗ, ਜੇ ਮੰਨ ਲਓ ਕੋਈ ਸਟੂਡੈਂਟ ਇੱਥੋਂ ਕੋਈ ਸਟੂਡੈਂਟ ਗਿਆ 15-20 ਸਾਲ ਦਾ, ਕਿਸੇ ਨੂੰ ਸਪੋਰਟ ਕਰਦਾ ਕਿ ਹਾਂ ਮੈਂ ਤੁਹਾਨੂੰ ਸਪੋਰਟ ਕਰ ਰਿਹਾ ਵਾਂ, ਤਾਂ ਉਹ ਜਿਹੜਾ ਬਜ਼ੁਰਗ ਸੋਚੇਗਾ ਹਾਂ ਸਾਡੇ ਧੀਆਂ ਪੁੱਤ ਬੇਸ਼ੱਕ ਕੈਨੇਡਾ ਚੱਲ ਗਏ ਯਾਰ, ਅਮਰੀਕਾ ਚੱਲ ਗਏ, ਦੂਰ ਦਰੇਡੇ ਚੱਲ ਗਏ, ਪਰ ਉਹ ਸਾਡੇ ਨਾਲ ਖਲੋਤੇ ਆ। ਇੱਕ ਮੋਰਲ ਸਪੋਰਟ ਵੀ ਬਣਦੀ। ਬਹੁਤ ਵਧੀਆ ਗੱਲ ਤੁਸੀਂ ਅਰੇਂਜ ਕੀਤੀ ਹੈ, ਤਾਂ ਮੇਰੇ ਖਿਆਲ ਦੇ ਨਾਲ ਸਭ ਨੂੰ ਸੋਚਣੀ ਚਾਹੀਦੀ ਹੈ। ਜੀ ਬਿਲਕੁਲ, ਆਪੋ ਆਪਣੇ ਪਿੰਡਾਂ ਦੇ ਵਿੱਚ ਕਰੋ ਕੰਟੈਕਟ, ਤੇ ਜਿੱਦਾਂ ਦੀ ਵੀ ਮਦਦ ਕਰ ਸਕਦੇ ਹੋ, ਜਿਉਂ ਮਦਦ ਕਰ ਸਕਦੇ ਹੋ। ਆਹੋ, ਪਰ ਸਮਾਜ ਸੇਵੀ ਨਾ ਲੈ ਲਿਓ ਵਿੱਚ, ਸਿੱਧੇ ਹੀ ਕੰਟੈਕਟ। ਸਮਾਜ ਸੇਵੀਆਂ ਦਾ ਵੀ ਰੌਲਾ ਬਹੁਤ ਪਿਆ ਰਹਿੰਦਾ ਆ ਜੀ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਅਗਲੀ ਵਾਰ ਫੇਰ ਲੈ ਕੇ ਹਾਜ਼ਰ ਹੋਵਾਂਗੇ ਹੋਰ ਪੰਜਾਬ ਭਰ ਦੀਆਂ ਜਿਹੜੀਆਂ ਅਹਿਮ ਗੱਲਾਂ, ਤੇ ਉਦੋਂ ਤੱਕ ਲਈ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।